ਕਹ ਬਾਲਾ ਸ੍ਰੀ ਗੁਰੂ ਜੀ ਸੁਨੋ ਕਥਾ ਇਤਿਹਾਸ। ਜੈਸ ਭਾਂਤ ਹਰ ਖੇਲਹੀ ਪਟਤ ਜੋ ਕਲਮ ਦਾਸ। ਦੋਹਰਾ ਕਹਿ ਬਾਲਾ ਸ੍ਰੀ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ। ਤਖਤ ਚਾਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੋਭਾਇਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਅਪਰੰਪਾਰ ਮਿਹਰ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਣ ਵਿਖੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਰਹਿਰਾਸ ਸਾਹਿਬ ਜੀ ਦੇ ਪਾਠ ਹੁਣੇ ਸਰਵਣ ਕੀਤੇ ਹਨ ਆਪ ਜੀ ਨੇ। ਉਸ ਤੋਂ ਪਹਿਲਾਂ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ। ਹੁਣ ਸਤਿਗੁਰਾਂ ਦੇ ਦਰ ਦੇ ਉੱਤੇ ਰੋਜ਼ਾਨਾ ਦੇ ਨਿਯਮ ਦੇ ਮੁਤਾਬਕ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਜੀ ਮਿਹਰ ਕਰ ਰਹੇ ਹਨ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਜੀਵਨ ਅੰਕਿਤ ਕੀਤਾ, ਸੁੰਦਰ ਛੰਦਾਬੰਦੀ ਦੇ ਵਿੱਚ ਬਣਾ ਸਵਾਰ ਕੇ ਲਿਖਿਆ, ਪੰਥ ਨੂੰ ਭੇਟਾ ਕੀਤਾ ਹੈ। ਤਿਸ ਦੀ ਕਥਾ ਆਪਾਂ ਲੜੀਵਾਰ ਰੂਪ ਵਿੱਚ ਨਿੱਤਾ ਪ੍ਰਤੀ ਸਰਵਣ ਕਰਦੇ ਹਾਂ। ਬੀਤੇ ਕੱਲ੍ਹ ਆਪਾਂ ਸੁਣਿਆ, ਰਲ ਮਿਲ ਕੇ ਵਿਚਾਰ ਕੀਤੀ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਲਕ ਅਵਸਥਾ ਹੈ, ਪਾਂਧੇ ਦੇ ਕੋਲ ਉਹਨਾਂ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਪੜ੍ਹਨ ਦੇ ਲਈ ਭੇਜਿਆ, ਪਰ ਅੱਗੋਂ ਪਾਂਧੇ ਨੂੰ ਹੀ ਉਪਦੇਸ਼ ਦੇ ਕੇ ਹੈਰਾਨ ਕਰ ਦਿੱਤਾ, ਚਕਰਿਤ ਕਰ ਦਿੱਤਾ। ਜਿਸ ਪਰ ਪਾਂਧੇ ਨੇ ਆਖਿਆ ਕਿ ਮਹਿਤਾ ਜੀ, ਆਪਣੇ ਇਸ ਪੁੱਤਰ ਨੂੰ ਤੁਸੀਂ ਪੜ੍ਹਾਉਣ ਵਾਸਤੇ ਲੈ ਕੇ ਆਏ ਸੀ, ਪਰ ਇਹ ਤਾਂ ਸਾਰੀ ਦੁਨੀਆ ਨੂੰ ਪੜ੍ਹਾਉਣ ਵਾਲਾ ਹੈ। ਸਭ ਪ੍ਰਕਾਰ ਦੀ ਵਿੱਦਿਆ ਦਾ ਇਹ ਕਰਤਾ ਹੈ। ਇਹ ਕੋਈ ਆਮ ਬਾਲਕ ਨਹੀਂ। ਇਸ ਨੂੰ ਆਪਣਾ ਪੁੱਤਰ ਨਾ ਜਾਣੋ। ਇਹ ਜ਼ਰੂਰ ਕੋਈ ਦੈਵੀ ਅਵਤਾਰ, ਜ਼ਰੂਰ ਕੋਈ ਪੀਰ ਪੈਗੰਬਰ ਔਲੀਆ ਅਵਤਾਰ ਹੈ। ਪਰਮੇਸ਼ਰ ਆਪ ਆਇਆ ਹੈ। ਜਦੋਂ ਆਪਣੇ ਪੁੱਤਰ ਦੀ ਉੱਤਮ ਬੁੱਧੀ ਦੀ ਉਸਤਤ ਮਹਿਤਾ ਕਾਲੂ ਜੀ ਨੇ ਪਾਂਧੇ ਪਾਸੋਂ ਸੁਣੀ, ਖੁਸ਼ ਵੀ ਹੋਏ, ਪਰ ਹਿਰਦਾ ਸ਼ਰਧਾ ਤੋਂ ਸਖਣਾ ਸੀ। ਉਹਨਾਂ ਨੂੰ ਅਵਤਾਰ ਕਰਕੇ ਨਾ ਜਾਣਿਆ। ਘਰ ਆ ਗਏ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਘਰ ਦੇ ਵਿੱਚ ਹੀ ਬਾਲਕਾਂ ਦੇ ਨਾਲ ਖੇਡਦੇ ਰਹਿੰਦੇ ਆ। ਕਦੇ ਗਲੀ ਗੁਆਂਢ ਚਲੇ ਜਾਂਦੇ ਆ। ਇੱਕ ਦਿਨ ਬੈਠੇ ਬੈਠੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਕਾਗਜ਼ ਇਕੱਠੇ ਕੀਤੇ। ਕਾਗਜ਼ ਇਕੱਠੇ ਕਰਕੇ ਉਹਨਾਂ ਦੀ ਛੋਟੀ ਜਿਹੀ ਪੋਥੀ ਬਣਾ ਲਈ। ਬੜੇ ਧਿਆਨ ਦੇ ਨਾਲ ਉਸ ਪੋਥੀ ਨੂੰ ਵੇਖ ਰਹੇ ਹਨ। ਪਿਤਾ ਮਹਿਤਾ ਕਾਲੂ ਜੀ ਆ ਕੇ ਪੁੱਛਦੇ ਹਨ, ਪੁੱਤਰ ਤੁਸੀਂ ਆ ਕੀ ਪੜ੍ਹ ਰਹੇ ਹੋ? ਤੇ ਕਹਿਣ ਲੱਗੇ, ਜੀ ਮੈਂ ਸਪਤ ਸ਼ਲੋਕੀ ਗੀਤਾ ਪੜ੍ਹ ਰਿਹਾ ਹਾਂ। ਐਸੇ ਵਚਨ ਸੁਣ ਕੇ ਪਿਤਾ ਮਹਿਤਾ ਕਾਲੂ ਜੀ ਹੈਰਾਨ ਹੋਏ। ਪਰਖਣ ਵਾਸਤੇ ਕਹਿਣ ਲੱਗੇ, ਜੇ ਪੁੱਤਰ ਤੂੰ ਸਪਤ ਸ਼ਲੋਕੀ ਗੀਤਾ ਪੜ੍ਹਦਾ ਤੇ ਮੈਨੂੰ ਵੀ ਪੜ੍ਹ ਕੇ ਸੁਣਾ ਦੇ, ਕੀ ਪੜ੍ਹ ਰਿਹਾ ਹੈ? ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਪਤ ਸ਼ਲੋਕੀ ਗੀਤਾ ਦਾ ਬੜਾ ਹੀ ਸ਼ੁੱਧ ਪਾਠ ਕੀਤਾ। ਉਸ ਦੇ ਅਰਥ ਵੀ ਸੁਣਾਏ, ਔਰ ਜੋ ਉਹਦੇ ਵਿੱਚ ਸਾਰ ਸਿਧਾਂਤ ਲਿਖਿਆ ਹੋਇਆ ਅਰਥ ਭਾਵ ਹੈ ਉਹ ਵੀ ਪਿਤਾ ਮਹਿਤਾ ਕਾਲੂ ਜੀ ਨੂੰ ਸੁਣਾ ਕੇ ਹੈਰਾਨ ਕਰ ਦਿੱਤਾ। ਪਿਤਾ ਜੀ ਘਰ ਆਏ। ਸਤਿਗੁਰੂ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਨੂੰ ਆ ਕੇ ਸਾਰੀ ਗੱਲਬਾਤ ਦੱਸੀ। ਮਾਤਾ ਜੀ ਨੇ ਵੀ ਆਖਿਆ ਕਿ ਬਚਪਨ ਤੋਂ ਹੀ ਇਹਨਾਂ ਦੇ ਜਿਹੜੇ ਲੱਛਣ ਆਮ ਬਾਲਕਾਂ ਦੇ ਨਾਲ ਨਹੀਂ ਮਿਲਦੇ, ਅਜੀਬ ਅਜੀਬ ਕੌਤਕ ਹੈਰਾਨ ਕਰ ਦੇਣ ਵਾਲੇ ਇਹ ਕਰਦੇ ਰਹਿੰਦੇ ਹਨ। ਮਹਿਤਾ ਕਾਲੂ ਜੀ ਕਹਿਣ ਲੱਗੇ, ਹਾਂ ਠੀਕ ਹੈ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਪੁਰੋਹਿਤ ਪੰਡਤ ਹਰਦਿਆਲ ਸੀ ਜੋਤਸ਼ੀ, ਉਹਨੇ ਵੀ ਦੱਸਿਆ ਸੀ ਕਿ ਤੁਹਾਡਾ ਪੁੱਤਰ 32 ਸੁਲੱਖਣਾ ਹੈ। ਇਹਦੇ ਵਿੱਚ ਆਮ ਬਾਲਕਾਂ ਵਾਲੇ ਲੱਛਣ ਨਹੀਂ ਹਨ। ਉਹ ਕਹਿੰਦੇ ਆਪਾਂ ਦੇਖਦੇ ਰਹਿੰਦੇ ਹਾਂ। ਪਾਂਧੇ ਕੋਲ ਗਿਆ ਪੜ੍ਹਨ, ਉੱਥੇ ਵੀ ਹੈਰਾਨ ਕਰਕੇ ਆ ਗਿਆ ਹੈ।
ਸੋ ਇਸ ਪ੍ਰਕਾਰ ਆਪਣੇ ਪੁੱਤਰ ਦੀ ਮਹਿਤਾ ਕਾਲੂ ਜੀ ਨੇ ਔਰ ਉਹਨਾਂ ਦੇ ਮਾਤਾ ਤ੍ਰਿਪਤਾ ਜੀ ਨੇ ਰਲ ਮਿਲ ਕੇ ਬਹੁਤ ਉਸਤਤ ਕੀਤੀ। ਇਹ ਆਪਾਂ ਪ੍ਰਸੰਗ ਕੱਲ ਸਰਵਣ ਕਰ ਚੁੱਕੇ ਹਾਂ। ਆਓ ਅਗਲਾ ਅਧਿਆਏ, ਅਗਲਾ ਪ੍ਰਸੰਗ ਜਿਵੇਂ ਆਰੰਭ ਹੋ ਰਿਹਾ ਹੈ ਔਰ ਇਸੇ ਪ੍ਰਕਾਰ ਜਿਵੇਂ ਹਰ ਅਧਿਆਏ ਦੀ ਆਰੰਭਤਾ ਤੋਂ ਪਹਿਲਾਂ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਹੜੇ ਬਹੁਤ ਹੀ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਗਿਆਤਾ ਹਨ, ਆਪਣੀ ਵਿਦਵਤਾ ਦਾ ਲੋਹਾ ਮਨਵਾਉਂਦੇ ਹਨ, ਆਪਣੀ ਵਿਦਵਤਾ ਦਾ ਇਜ਼ਹਾਰ ਕਰਦੇ ਹੋਏ ਸੁੰਦਰ ਉਪਮਾ ਭਰੇ ਮੰਗਲਾਚਰਨ ਲਿਖਦੇ ਹਨ। ਇੱਥੇ ਅੱਜ ਗੁਰੂ ਕੇ ਸਿੱਖਾਂ ਦੀ ਮਹਿਮਾ ਵਿੱਚ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਇੱਕ ਕਵਿੱਤ। ਪਹਿਲਾਂ ਉਹ ਆਪਾਂ ਕਵਿੱਤ ਪੜ੍ਹਾਂਗੇ, ਉਹਦੇ ਅਰਥ ਸੁਣਾਂਗੇ। ਉਸ ਤੋਂ ਬਾਅਦ ਜਿਵੇਂ ਸਤਿਗੁਰੂ ਜੀ ਦੀ ਕਥਾ ਆਵੇਗੀ ਸੁਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵੀ ਜੀ ਕਹਿੰਦੇ, ਜਿਵੇਂ ਕਹਿੰਦੇ ਬਾਣ ਧਨੁੱਖ ਦੇ ਵਿੱਚੋਂ ਨਿਕਲਿਆ ਹੋਇਆ ਤੀਰ, ਉਹ ਆਪਣੇ ਲੱਛ ਕਹੀਏ ਨਿਸ਼ਾਨੇ ਦੇ ਉੱਤੇ ਹਾਵੀ ਹੁੰਦਾ ਹੈ, ਸਮਰੱਥ ਹੁੰਦਾ ਹੈ, ਬਲਵਾਨ ਹੁੰਦਾ ਹੈ। ਭਾਵ ਜਿਸ ਦਾ ਨਿਸ਼ਾਨਾ ਸਿੱਧ ਕੇ ਲਾਇਆ ਜਾਵੇ ਉਸ ਲੱਛ ਦੇ ਉੱਤੇ, ਉਸ ਨਿਸ਼ਾਨੇ ਦੇ ਉੱਤੇ ਜਾ ਕੇ ਲੱਗਦਾ ਹੀ ਲੱਗਦਾ ਹੈ। ਇਸੇ ਤਰ੍ਹਾਂ ਵੀਰ ਭੱਦਰ ਦਛ ਪਰ, ਜਿਹੜਾ ਸਾਧ ਸੰਗਤ ਜੀ ਵੀਰ ਭੱਦਰ ਸ਼ਿਵ ਜੀ ਦਾ ਇੱਕ ਗਣ ਹੈ ਔਰ ਦਛ ਪ੍ਰਜਾਪਤੀ ਨਾਮ ਦਾ ਇੱਕ ਰਾਜਾ ਹੋਇਆ, ਜਿਹੜਾ ਸ਼ਿਵ ਜੀ ਦਾ ਸਹੁਰਾ ਸੀ। ਇਸ ਨੇ ਸ੍ਰਿਸ਼ਟੀ ਦੀ ਸੰਰਚਨਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਹਦੇ ਘਰ ਇੱਕ ਪੁੱਤਰੀ ਪੈਦਾ ਹੋਈ ਤੇ ਇਹਨੇ ਉਸ ਪੁੱਤਰੀ ਦਾ ਅਨਵਿਧ ਦਾਨ ਕੀਤਾ। ਭਾਵ ਨੱਕ ਕੰਨ ਛੇਦੇ ਤੋਂ ਬਿਨਾ, ਆਪਣੀ ਪੁੱਤਰੀ ਦਾ ਕੋਈ ਵੀ ਅੰਗ ਭੰਗ ਕੀਤੇ ਤੋਂ ਬਿਨਾ ਉਹਦਾ ਵਿਆਹ ਕੀਤਾ, ਕੰਨਿਆਦਾਨ ਕੀਤਾ। ਜਿਸ ਕਰਕੇ ਇਹਦਾ ਜਸ ਤਿੰਨੋਂ ਲੋਕਾਂ ਦੇ ਵਿੱਚ ਬਹੁਤ ਫੈਲਿਆ ਵੀ ਦਛ ਪ੍ਰਜਾਪਤੀ ਜਿਹੜਾ ਰਾਜਾ ਇਹ ਬੜਾ ਧਰਮਾਤਮਾ ਹੈ, ਇਹਨੇ ਅਨਵਿਧ ਕੰਨਿਆਦਾਨ ਕੀਤੀ ਹੈ। ਜਿਸ ਦੇ ਫਲਸਰੂਪ ਐਸਾ ਪੁਰਾਣਾਂ ਦੇ ਵਿੱਚ ਲਿਖਿਆ ਕਿ ਇਹਦੇ ਘਰ 1000 ਪੁੱਤਰੀਆਂ ਪੈਦਾ ਹੋਈਆਂ। ਇਹਨੇ ਸੋਚਿਆ ਕਿ ਇੱਕ ਅਨਵਿਧ ਕੰਨਿਆਦਾਨ ਕਰਨੇ ਕਰਕੇ ਮੇਰੀ ਇੰਨੀ ਉਸਤਤ ਹੋਈ, ਇੰਨਾ ਜਸ ਮਾਣ ਵਡਿਆਈ ਮੈਨੂੰ ਮਿਲੀ ਆ, ਮੈਂ ਇੰਨਾ ਵੱਡਾ ਰਾਜਾ ਬਣ ਗਿਆ ਹਾਂ। ਜੇ ਮੈਂ 1000 ਪੁੱਤਰੀਆਂ ਦਾ ਅਨਵਿਧ ਦਾਨ ਕਰਾਂ, ਅੰਗ ਭੰਗ ਕੀਤੇ ਬਿਨਾਂ ਦਾਨ ਕਰਾਂ, ਤੇ ਫਿਰ ਮੈਨੂੰ ਕਿੱਡਾ ਫਲ ਮਿਲੇਗਾ। ਇਹ ਸੋਚ ਕੇ ਇਹਨੇ ਸਾਧ ਸੰਗਤ ਜੀ ਆਪਣੀਆਂ 1000 ਪੁੱਤਰੀਆਂ ਦਾ ਕੰਨਿਆਦਾਨ, ਭਾਵ ਉਹਨਾਂ ਦਾ ਵਿਆਹ ਜਿਹੜਾ ਬਿਨਾਂ ਅੰਗ ਛੇਦਣ ਤੋਂ, ਨੱਕ ਕੰਨ ਵਿੰਨਣ ਤੋਂ ਅਨਵਿਧ ਕੰਨਿਆਦਾਨ ਕਰਨ ਦਾ ਮਨ ਬਣਾਇਆ। ਜਦੋਂ ਦੇਵਤਿਆਂ ਨੂੰ ਪਤਾ ਲੱਗਿਆ, ਇੰਦਰ ਵਰਗਿਆਂ ਦੇ ਸਿੰਘਾਸਣ ਡੋਲ ਗਏ ਬਈ ਜੇ 1000 ਅਨਵਿਧ ਕੰਨਿਆਂ ਦਾ ਦਾਨ ਰਾਜਾ ਦਛ ਪ੍ਰਜਾਪਤੀ ਕਰ ਦੇਵੇਗਾ ਤੇ ਹੋ ਸਕਦਾ ਸਾਡੀ ਪਦਵੀ ਖੁੱਸ ਜਾਵੇ, ਇਹਨੂੰ ਇਹ ਇੰਦਰ ਪਦਵੀ ਮਿਲ ਜਾਵੇ। ਸਾਰੇ ਵੱਡੇ ਵੱਡੇ ਜਿਹੜੇ ਦੇਵੀ ਦੇਵਤੇ ਇਕੱਠੇ ਹੋਏ, ਕਹਿੰਦੇ ਵੀ ਇਹਨੂੰ ਰੋਕਿਆ ਕਿਵੇਂ ਜਾਵੇ। ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਇਹਦੇ ਮਨ ਦੇ ਵਿੱਚ ਕੋਈ ਭੁਲੇਖਾ, ਕੋਈ ਭਰਮ ਖੜਾ ਕਰੋ, ਕੋਈ ਸ਼ਰਾਰਤ ਕੀਤੀ ਜਾਵੇ ਐਸੀ ਜਿਸ ਕਰਕੇ ਇਹ ਆਪਣੀਆਂ ਜਿਹੜੀਆਂ ਲੜਕੀਆਂ ਉਹਨਾਂ ਦੇ ਨੱਕ ਕੰਨ ਪਾੜ ਕੇ ਉਹਨਾਂ ਵਿੱਚ ਗਹਿਣੇ ਪਾਵੇ, ਅਨਵਿਧ ਕੰਨਿਆਦਾਨ ਨਾ ਕਰ ਸਕੇ। ਤੋ ਇਹਨਾਂ ਨੇ ਐਸਾ ਹੀ ਕੀਤਾ, ਕੋਈ ਐਸਾ ਪ੍ਰਚਾਰ ਕਰ ਦਿੱਤਾ, ਐਸੀ ਇਹਨੂੰ ਆ ਕੇ ਸਿੱਖਿਆ ਦੇ ਦਿੱਤੀ ਬਈ ਜੇ ਤੂੰ ਕੰਨਿਆਦਾਨ ਕਰਨਾ ਹੀ ਚਾਹੁੰਦਾ ਹੈ ਤੇ ਕੰਨਿਆਦਾਨ ਦੇ ਨਾਲ ਨਾਲ ਸੋਨਾ ਆਦਿਕ ਵੀ ਦਾਨ ਹੋ ਜਾਏਗਾ। ਆਪਣੀਆਂ ਪੁੱਤਰੀਆਂ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ, ਇਹਨਾਂ ਦੇ ਨੱਕ ਕੰਨ ਵਿੰਨ ਕੇ, ਉਹਨਾਂ ਵਿੱਚ ਚੰਗੇ ਕੀਮਤੀ ਗਹਿਣੇ ਪਾ ਕੇ ਫਿਰ ਕੰਨਿਆਦਾਨ ਕਰ, ਫਿਰ ਇਹਨਾਂ ਦਾ ਵਿਆਹ ਕਰ। ਇਹਨੇ ਸਾਧ ਸੰਗਤ ਜੀ ਐਸਾ ਹੀ ਕੀਤਾ, ਪਰ ਇਹਨੂੰ ਮੁੜ ਕੇ ਕਿਸੇ ਫਲ ਦੀ ਪ੍ਰਾਪਤੀ ਨਾ ਹੋਈ, ਕਿਉਂਕਿ ਅੰਗ ਭੰਗ ਹੋ ਗਏ ਸਨ ਲੜਕੀਆਂ ਦੇ, ਅਨਵਿਧ ਕੰਨਿਆਦਾਨ ਨਹੀਂ ਸੀ। ਔਰ ਐਸਾ ਸ਼ਾਸਤਰਾਂ ਦੀ, ਧਰਮਾਂ ਦੀ ਇਹ ਰੀਤੀ ਵੀ ਹੈ, ਜਿਹਦਾ ਅੰਗ ਭੰਗ ਹੋਇਆ ਹੋਵੇ ਨਾ, ਉਹਦੀ ਬਲੀ ਨਹੀਂ ਦਿੱਤੀ ਜਾਂਦੀ, ਉਹਦਾ ਦਾਨ ਲੱਗਦਾ ਨਹੀਂ ਹੈ। ਜਿਵੇਂ ਆਪਣੇ ਗੁਰਮਤਿ ਦੇ ਵਿੱਚ ਵੀ ਇਹ ਅਸੂਲ ਹੈ ਕਿ ਜਿਹਦਾ ਕੋਈ ਅੰਗ ਭੰਗ ਹੋਇਆ ਹੋਵੇ, ਕੋਈ ਲੱਤੋਂ ਹੀਣਾ ਹੋਵੇ, ਕੋਈ ਅੱਖੋਂ ਹੀਣਾ ਹੋਵੇ,
ਸਰੀਰ ਦਾ ਕੋਈ ਵੀ ਅੰਗ ਘੱਟ ਹੋਵੇ, ਨਿਊਨਤਾ ਹੀ ਹੋਵੇ ਕੋਈ ਸਰੀਰ ਦੇ ਵਿੱਚ, ਉਹ ਪੰਜ ਪਿਆਰਿਆਂ ਦੀ ਸੇਵਾ ਵਿੱਚ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਆ ਜਿਹੜੇ ਕੋਈ ਸਪਤਾਹਿਕ ਸੰਪਟ ਪਾਠ ਕਰਦੇ ਆ, ਉਹ ਵੀ ਨਿਅੰਗ ਭੰਗ ਵਾਲੇ ਗ੍ਰੰਥੀ ਸਿੰਘ ਨੂੰ ਲਾਉਂਦੇ, ਕਹਿੰਦੇ ਵੀ ਇਹ ਪੂਰਾ ਨਹੀਂ ਹੋਣਾ ਜੇ ਲਾ ਲਿਆ ਤਾਂ। ਐਸਾ ਵਿਚਾਰ ਕੀਤਾ ਜਾਂਦਾ। ਸੋ ਜਿਸ ਵੇਲੇ ਇਹ ਅੰਗ ਛੇਦ ਕੇ ਗਹਿਣੇ ਪਾ ਕੇ ਇਹਨੇ ਕੰਨਿਆਦਾਨ ਕੀਤੇ, ਲੜਕੀਆਂ ਦੇ ਵਿਆਹ ਕੀਤੇ, ਤੋ ਸਾਧ ਸੰਗਤ ਜੀ ਇਹਨੂੰ ਕੋਈ ਦਾਨ ਪੁੰਨ ਨਸੀਬ ਨਾ ਹੋਇਆ। ਜਿਸ ਵੱਡੇ ਫਲ ਦੀ ਆਸ਼ਾ ਇਹਨੇ ਰੱਖੀ ਸੀ ਉਹ ਇਹਨੂੰ ਪ੍ਰਾਪਤ ਨਾ ਹੋਈ। ਇਸ ਤਰ੍ਹਾਂ ਇਹਨੇ ਆਪਣੀਆਂ ਜਿਹੜੀਆਂ 10 ਲੜਕੀਆਂ ਉਹ ਇੰਦਰ ਨੂੰ ਵਿਆਹੀਆਂ, 13 ਕੱਛਪ ਰਿਖੀ ਨੂੰ ਵਿਆਹੀਆਂ, 24 ਚੰਦਰਮਾ ਨੂੰ ਵਿਆਹ ਦਿੱਤੀਆਂ, ਤੇ ਇੱਕ ਜਿਹੜੀ ਲੜਕੀ ਦੀ ਸਤੀ ਸੀ ਉਹਦਾ ਵਿਆਹ ਸ਼ਿਵ ਜੀ ਦੇ ਨਾਲ ਕਰ ਦਿੱਤਾ। ਐਸੀਆਂ ਜਿਹੜੀਆਂ ਕਥਾ ਕਹਾਣੀਆਂ ਇਹ ਸਨਾਤਨ ਦੇ ਗ੍ਰੰਥਾਂ ਵਿੱਚ ਲਿਖੀਆਂ, ਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਵਾਂ ਦਾ ਜ਼ਿਕਰ ਆਇਆ ਵਿਸਥਾਰ ਪੂਰਵਕ ਇਹਨਾਂ ਬਾਰੇ ਦੱਸਿਆ। ਸੋ ਜਿਸ ਵੇਲੇ ਇਹ ਵਿਆਹ ਕਰ ਦਿੱਤੇ, ਇੱਕ ਵਾਰ ਕਿਸੇ ਯੱਗ ਦੇ ਵਿੱਚ ਬ੍ਰਹਮ ਭੋਜ ਦੇ ਵਿੱਚ ਇਹ ਦਸ਼ ਪ੍ਰਜਾਪਤੀ ਰਾਜਾ ਗਿਆ। ਇਹਦੇ ਸਾਰੇ ਹੀ ਜਵਾਈ ਉੱਥੇ ਬੈਠੇ ਸਨ, ਇਹਦੀਆਂ ਪੁੱਤਰੀਆਂ ਵੀ ਸਨ। ਬਾਕੀ ਤਾਂ ਸਾਰਿਆਂ ਨੇ ਉੱਠ ਕੇ ਕਿ ਸਾਡੇ ਸਹੁਰਾ ਸਾਹਿਬ ਆਏ ਆ, ਇਹਨਾਂ ਦਾ ਬਹੁਤ ਮਾਣ ਸਨਮਾਨ ਕੀਤਾ। ਪਰ ਭਗਵਾਨ ਸ਼ਿਵ ਜੀ ਉਹ ਅਡੋਲ ਹੀ ਬੈਠੇ ਰਹੇ। ਅੱਕ ਧਤੂਰਾ ਉਹਨਾਂ ਨੇ ਖਾਧਾ ਹੋਇਆ ਸੀ, ਤੇ ਜਿਸ ਕਰਕੇ ਉਹਨਾਂ ਨੇ ਕੋਈ ਉੱਠਣਾ ਯੋਗ ਨਾ ਸਮਝਿਆ। ਉੱਠ ਕੇ ਦਸ਼ ਪ੍ਰਜਾਪਤੀ ਦਾ ਆਪਣੇ ਸਹੁਰੇ ਦਾ ਸਤਿਕਾਰ ਨਾ ਕੀਤਾ। ਇਹਨੇ ਮਨ ਵਿੱਚ ਖੁਣਸ ਖਾਧੀ, ਬਈ ਆ ਸਵਾਹ ਮਲੇ ਹੋਏ ਸਰੀਰ ਵਾਲਾ ਮੇਰਾ ਜਵਾਈ ਅੱਕ ਧਤੂਰਿਆਂ ਦਾ ਨਸ਼ੇੜੀ, ਤੇ ਇਹਨੇ ਮੇਰੀ ਤੋਹੀਨ ਕੀਤੀ ਆ, ਮੇਰਾ ਸਤਿਕਾਰ ਨਹੀਂ ਕੀਤਾ। ਇਹ ਮਸਤ ਮੌਲਾ ਬਣ ਕੇ ਬੈਠਾ ਰਿਹਾ। ਇਹਨੂੰ ਬੜਾ ਗੁੱਸਾ ਆਇਆ। ਕਹਿਣ ਲੱਗਾ ਕੋਈ ਗੱਲ ਨਹੀਂ, ਮੇਰੇ ਘਰ ਜਿੱਦਣ ਮੇਰਾ ਜਵਾਈ ਆਵੇਗਾ ਨਾ, ਇਹ ਫਿਰ ਇਹਦਾ ਹਿਸਾਬ ਕਿਤਾਬ ਕਰਾਂਗੇ। ਤੋ ਇਹਨੇ ਕੀ ਕੀਤਾ, ਬ੍ਰਹਮ ਭੋਜ ਰਚਿਆ, ਸਾਰਿਆਂ ਨੂੰ ਨਿਉਂਦਾ ਦੇ ਦਿੱਤਾ, ਇਕੱਲੇ ਸ਼ਿਵ ਜੀ ਨੂੰ ਤੇ ਇਹਦੀ ਘਰਵਾਲੀ ਸਤੀ ਨੂੰ ਨਾ ਬੁਲਾਇਆ। ਜਦੋਂ ਸਤੀ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਬ੍ਰਹਮ ਭੋਜ ਕਰ ਰਿਹਾ ਹੈ, ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਬੁਲਾਇਆ, ਪਰ ਸਾਨੂੰ ਸੱਦਾ ਹੀ ਨਹੀਂ ਦਿੱਤਾ, ਸਾਨੂੰ ਬੁਲਾਇਆ ਹੀ ਨਹੀਂ, ਨਿਉਂਦਾ ਹੀ ਨਹੀਂ ਦਿੱਤਾ। ਇਹ ਸੋਚਣ ਲੱਗੀ ਵੀ ਜੇ ਅਸੀਂ ਨਾ ਗਏ, ਅਸੀਂ ਤਾਂ ਸਾਰਿਆਂ ਤੋਂ ਪਿਛਾਂਹ ਸੁੱਟ ਦਿੱਤੇ ਜਾਵਾਂਗੇ। ਸਾਰੇ ਲੋਕ ਦੇਖਣ ਸੁਣਨ ਵਾਲੇ ਕੀ ਕਹਿਣਗੇ। ਇਸ ਨਾਲ ਮੇਰੇ ਪਿਤਾ ਦੀ ਵੀ ਬਦਨਾਮੀ ਹੋਵੇਗੀ ਤੇ ਸਾਡੀ ਵੀ ਬਦਨਾਮੀ ਹੋਵੇਗੀ, ਸਾਡੀ ਵੀ ਹੇਠੀ ਵਾਲੀ ਗੱਲ ਹੈ। ਤੋ ਇਹ ਸੋਚ ਕੇ ਕਹਿਣ ਲੱਗੀ ਸ਼ਿਵ ਭਗਵਾਨ ਨੂੰ ਕਿ ਭਗਵਾਨ ਜੀ, ਪਿਤਾ ਜੀ ਨੇ ਬ੍ਰਹਮ ਭੋਜ ਰਚਿਆ, ਆਪਾਂ ਚੱਲੀਏ। ਸ਼ਿਵ ਜੀ ਕਹਿਣ ਲੱਗੇ ਕਿ ਭਗਵਾਨੇ, ਜਾਣ ਨੂੰ ਤਾਂ ਕੋਈ ਗੱਲ ਨਹੀਂ, ਤੇਰੇ ਪਿਤਾ ਦਾ ਘਰ ਹੈ, ਮੇਰਾ ਸਹੁਰਾ ਘਰ ਹੈ, ਆਪਾਂ ਜਾ ਸਕਦੇ ਹਾਂ, ਪਰ ਬਿਨਾਂ ਬੁਲਾਏ ਜਾਣਾ ਇਹ ਯੋਗ ਨਹੀਂ ਹੈ, ਠੀਕ ਨਹੀਂ ਹੈ। ਜੇ ਉਹਨਾਂ ਨੇ ਬੁਲਾਉਣਾ ਹੁੰਦਾ ਸੱਦਾ ਪੱਤਰ ਭੇਜਦੇ, ਤੇ ਇਹ ਕੋਈ ਮਾਣ ਸਨਮਾਨ ਵਾਲੀ ਗੱਲ ਨਹੀਂ ਬਿਨਾਂ ਬੁਲਾਏ ਆਪਾਂ ਉੱਥੇ ਜਾਈਏ। ਪਰ ਸਤੀ ਨੇ ਹੱਠ ਕੀਤਾ, ਤ੍ਰਿਆ ਹੱਠ ਕਰ ਲਿਆ ਕਿ ਨਹੀਂ, ਆਪਾਂ ਜਾਣਾ ਹੀ ਜਾਣਾ। ਭਗਵਾਨ ਜੀ ਨੂੰ ਮਨਾ ਲਿਆ। ਭਗਵਾਨ ਜੀ ਕਹਿੰਦੇ ਚਲੋ ਠੀਕ ਹੈ, ਜਿਵੇਂ ਤੈਨੂੰ ਠੀਕ ਲੱਗੇ। ਇਹ ਸਾਧ ਸੰਗਤ ਜਦੋਂ ਗਏ, ਬਾਕੀ ਸਾਰਿਆਂ ਨੂੰ ਦਾਨ ਦਕਸ਼ਣਾ ਦਿੱਤੀ ਜਾ ਰਹੀ ਹੈ, ਨਾਮ ਬੋਲੇ ਜਾ ਰਹੇ ਆ, ਸਿਰੋਂ ਪਾਉ ਦਿੱਤੇ ਜਾ ਰਹੇ ਆ, ਜਵਾਈਆਂ ਭਾਈਆਂ ਦਾ, ਲੜਕੀਆਂ ਦਾ ਸਤਿਕਾਰ ਦਸ਼ ਪ੍ਰਜਾਪਤੀ ਰਾਜਾ ਕਰ ਰਿਹਾ ਹੈ। ਪਰ ਜਾਣ ਬੁੱਝ ਕੇ ਸ਼ਿਵ ਜੀ ਦਾ ਨਾਂ ਤਾਂ ਨਾ ਬੋਲਿਆ, ਤੇ ਨਾ ਹੀ ਸਾਧ ਸੰਗਤ ਜੀ ਕੋਈ ਇਹਨਾਂ ਦਾ ਛਾਂਦਾ ਹੀ ਰੱਖਿਆ, ਇਹਨਾਂ ਨੂੰ ਕੋਈ ਦਛਣਾ ਹੀ ਦਿੱਤੀ, ਇਹਨਾਂ ਨੂੰ ਕੋਈ ਸਰੋਪਾਉ ਸਨਮਾਨ ਦਿੱਤਾ। ਆਪਣੇ ਪਤੀ ਦਾ ਅਪਮਾਨ ਹੋਇਆ ਦੇਖ ਕੇ ਸਤੀ ਨੇ ਮਨ ਵਿੱਚ ਸੋਚਿਆ ਬਈ ਮੇਰਾ ਪਿਤਾ ਇਹਨੇ ਬੜਾ ਗਲਤ ਕੰਮ ਕੀਤਾ, ਮੇਰੇ ਪਤੀ ਦਾ ਨਿਰਾਦਰ ਕੀਤਾ, ਬਰਦਾਸ਼ਤ ਨਾ ਕਰ ਸਕੀ। ਉਸ ਵੇਲੇ ਕਹਿਣ ਲੱਗੀ ਮੈਂ ਵੀ ਇਹਨੂੰ ਆਪਣਾ ਜਲਵਾ ਦਿਖਾਉਣੀ ਹੈ, ਮੈਂ ਹੁਣ ਇਹਨਾਂ ਦੀ ਨਿਰਾਦਰੀ ਕਰਵਾ ਕੇ ਦਿਖਾਉਣੀ ਹੈ। ਉਹ ਜਿੱਥੇ ਯੱਗ ਹੋ ਰਿਹਾ ਸੀ ਹਵਨ ਕੁੰਡ ਦੇ ਵਿੱਚ, ਇਹ ਸਤੀ ਨਾ ਸਾਧ ਸੰਗਤ ਜੀ ਛਾਲ ਮਾਰ ਗਈ। ਸਰੀਰ ਇਹਦਾ ਦਗਧ ਹੋ ਗਿਆ, ਭਸਮੀਭੂਤ ਹੋ ਗਿਆ। ਜਿਉਂ ਇਹ ਡਿੱਗੀ, ਸ਼ਿਵ ਜੀ ਨੇ ਭੱਜ ਕੇ ਇਹਦਾ ਸਰੀਰ ਕੱਢ ਲਿਆ, ਪਰ ਇਹ ਚੜ੍ਹਾਈ ਕਰ ਚੁੱਕੀ ਸੀ।
ਦੇਖਣ ਵਾਲੇ ਲੋਕਾਂ ਨੇ ਦਸ਼ ਪ੍ਰਜਾਪਤੀ ਰਾਜੇ ਨੂੰ ਬੜੀਆਂ ਲਾਹਣਤਾਂ ਪਾਈਆਂ। ਬਈ ਬਾਕੀ ਸਾਰਿਆਂ ਦਾ ਮਾਣ ਸਨਮਾਨ ਕੀਤਾ, ਆਪਣੇ ਇੱਕਾ ਜਵਾਈ ਦਾ ਸ਼ਿਵ ਭਗਵਾਨ ਦਾ ਨਹੀਂ ਕੀਤਾ, ਜਿਸ ਕਰਕੇ ਬੜੀ ਮਾੜੀ ਗੱਲ ਆ। ਉਹ ਤਾਂ ਨਿਰਾਦਰ ਸ਼ਿਵ ਜੀ ਦਾ ਕਰਨਾ ਚਾਹੁੰਦਾ ਸੀ, ਉਲਟਾ ਦਸ਼ ਪ੍ਰਜਾਪਤੀ ਦਾ ਆਪਣਾ ਹੀ ਨਿਰਾਦਰ ਹੋ ਗਿਆ। ਸੋ ਜਦੋਂ ਸਾਧ ਸੰਗਤ ਐਸਾ ਹੋਇਆ, ਸ਼ਿਵ ਜੀ ਨੇ ਇਹਦਾ ਇਹ ਸਰੀਰ ਆਪਣੀ ਘਰਵਾਲੀ ਦਾ ਸਤੀ ਦਾ ਕੱਢਿਆ ਤੇ ਕੱਢ ਕੇ ਨਾ ਸਾਧ ਸੰਗਤ ਸਰੀਰ ਅਗਨੀ ਦੇ ਵਿੱਚੋਂ ਬਾਹਰ ਰੱਖ ਲਿਆ ਤੇ ਉੱਥੇ ਹੀ ਕਈ ਦਿਨ ਤੱਕ ਘੁੰਮਦੇ ਰਹੇ। ਉਸ ਤੋਂ ਬਾਅਦ ਵਿਸ਼ਨੂੰ ਭਗਵਾਨ ਨੇ ਆਪਣਾ ਚੱਕਰ ਚਲਾ ਕੇ ਇਹ ਸਤੀ ਦੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ। 51 ਭਾਗਾਂ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਕਿ ਇਹਦਾ ਸਰੀਰ ਵੰਡਿਆ ਗਿਆ। ਜਿੱਥੇ ਜਿੱਥੇ ਉਹ ਚੱਕਰ ਦੇ ਨਾਲ ਕੱਟੇ ਜਾਣ ਕਰਕੇ ਇਹਦੇ ਸਰੀਰ ਦੇ ਅੰਗ ਡਿੱਗੇ, ਉੱਥੇ ਉਹਨਾਂ ਅਸਥਾਨਾਂ ਨੂੰ ਦੇਵੀ ਪੀਠ ਕਿਹਾ ਜਾਂਦਾ ਸਨਾਤਨ ਮਤ ਦੇ ਵਿੱਚ। ਜਿੱਥੇ ਉਸ ਦੀ ਸਤੀ ਦੀ ਜਾ ਕੇ ਜਿਹਵਾ ਡਿੱਗੀ ਉਹਨੂੰ ਜਵਾਲਾਮੁਖੀ ਕਿਹਾ ਜਾਂਦਾ, ਜਿੱਥੇ ਉਹਦੇ ਨੇਤਰ ਡਿੱਗੇ ਉਹਨੂੰ ਨੈਣਾ ਦੇਵੀ ਕਿਹਾ ਜਾਂਦਾ। ਇਤਿਆਦਿਕ ਵੱਖਰੇ ਵੱਖਰੇ ਇਹ ਦੇਵੀ ਪੀਠ ਬਣ ਗਏ 51 ਜਗ੍ਹਾ ਦੇ ਉੱਤੇ। ਇੱਧਰ ਜਿਸ ਵੇਲੇ ਸਤੀ ਨੇ ਸਾਧ ਸੰਗਤ ਅਗਨ ਕੁੰਡ ਦੇ ਵਿੱਚ ਛਾਲ ਮਾਰ ਦਿੱਤੀ, ਸ਼ਿਵ ਜੀ ਨੂੰ ਗੁੱਸਾ ਬੜਾ ਆਇਆ ਵੀ ਮੇਰੀ ਘਰ ਵਾਲੀ ਮਾਰ ਦਿੱਤੀ ਹੈ ਇਹਨਾਂ ਨੇ, ਅਗਨ ਕੁੰਡ ਦੇ ਵਿੱਚ ਇਹਨਾਂ ਕਰਕੇ ਡਿੱਗੀ ਆ। ਤਾਂ ਸਾਧ ਸੰਗਤ ਬੜੇ ਗੁੱਸੇ ਦੇ ਵਿੱਚ ਆ ਕੇ ਰੌਦਰ ਰਸ ਦੇ ਵਿੱਚ ਸ਼ਿਵ ਭਗਵਾਨ ਨੇ ਆ ਕੇ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਿਆ ਕਿ ਆਪਣੀ ਸਿਰ ਦੀ ਇੱਕ ਜਟ ਇੱਕ ਲੇਟ ਨੂੰ ਫੜ ਕੇ ਜ਼ੋਰ ਦੇ ਨਾਲ ਖਿੱਚਿਆ, ਹਿਲਾਇਆ ਤੇ ਉਹਦੇ ਵਿੱਚੋਂ ਸਾਧ ਸੰਗਤ ਜੀ ਇਹ ਜਿਹੜਾ ਵੀਰ ਭੱਦਰ ਨਾਮ ਦਾ ਇੱਕ ਗਣ, ਇੱਕ ਆਪਣਾ ਪੁੱਤਰ ਪੈਦਾ ਕੀਤਾ। ਉਹ ਸਾਹਮਣੇ ਪ੍ਰਗਟ ਹੋਇਆ, ਜਿਸ ਦਾ ਸਰੂਪ ਭਾਈ ਕਾਹਨ ਸਿੰਘ ਨਾਭਾ ਲਿਖਦੇ ਆ ਕਿ ਇਹਦੇ 1000 ਸਿਰ ਸਨ ਵੀਰ ਭੱਦਰ ਦੇ ਤੇ 2000 ਬਾਹਾਂ ਸਨ। ਮਰਹੱਟੇ ਦੀ ਅੱਜ ਵੀ ਬਹੁਤ ਪੂਜਾ ਕਰਦੇ ਆ ਵੀਰ ਭੱਦਰ ਦੀ। ਇਹ ਸਾਹਮਣੇ ਆਇਆ, ਪਿਤਾ ਜੀ ਦੱਸੋ ਕੀ ਹੁਕਮ ਹੈ? ਤੋ ਸ਼ਿਵ ਭਗਵਾਨ ਕਹਿੰਦੇ ਵੀ ਆ ਜਿੰਨੇ ਆ ਜੱਗ ਦੇ ਵਿੱਚ ਬੈਠੇ ਆ ਨਾ, ਮੇਰਾ ਨਿਰਾਦਰ ਕਰਕੇ ਇਹ ਖੁਸ਼ ਹੋਏ ਆ, ਕਹਿੰਦਾ ਸਾਰਿਆਂ ਨੂੰ ਚਾਟਾ ਛਕਾ ਦੇ, ਸਾਰਿਆਂ ਨੂੰ ਫੜ ਕੇ ਤੇ ਇਹਨਾਂ ਦੀ ਕੀਤੀ ਦਾ ਫਲ ਭੁਗਤਾ ਦੇ। ਤਾਂ ਉਸ ਵੇਲੇ ਸਾਧ ਸੰਗਤ ਸਮੇਤ ਦਸ਼ ਪ੍ਰਜਾਪਤੀ ਦੇ ਇਹਨੇ ਫੜ ਫੜ ਕੇ ਸਾਧ ਸੰਗਤ ਬਹੁਤ ਕੁੱਟੇ, ਬਹੁਤ ਇਹਨਾਂ ਦੀ ਸੁਰਤ ਟਿਕਾਣੇ ਲਿਆਂਦੀ। ਇਸ ਪ੍ਰਕਾਰ ਕਰਕੇ ਇਹਦਾ ਜਿਹੜਾ ਯੱਗ ਕੀਤਾ ਹੋਇਆ ਸੀ ਉਹ ਵੀ ਭੰਗ ਕਰ ਦਿੱਤਾ ਤੇ ਬੜੀਆਂ ਇਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ। ਇੱਥੇ ਭਾਈ ਸੰਤੋਖ ਸਿੰਘ ਜੀ ਨੇ 3 ਅੱਖਰਾਂ ਦੇ ਵਿੱਚ ਪੁਰਾਣਾਂ ਦਾ ਇਹ ਬਹੁਤ ਵੱਡਾ ਪ੍ਰਸੰਗ ਕਹਿ ਦਿੱਤਾ, ਉਹਦਾ ਵਰਣਨ ਕਰ ਦਿੱਤਾ। ਵੀਰ ਭੱਦਰ ਦਛ ਪਰ, ਜਿਵੇਂ ਸ਼ਿਵ ਜੀ ਦਾ ਉਹ ਗਣ ਦਸ਼ ਪ੍ਰਜਾਪਤੀ ਰਾਜੇ ਦੇ ਉੱਤੇ ਵੀਰ ਭੱਦਰ ਜਿਹੜਾ ਉਹ ਬੜਾ ਸਮਰੱਥ ਹੋਇਆ, ਬੜਾ ਬਲਵਾਨ ਹੋਇਆ, ਬੜਾ ਹਾਵੀ ਹੋਇਆ। ਨਦੀ ਮਦ ਮੱਚ ਪਰ 10,000 ਪਾਨ ਹੈ। ਇਸੇ ਤਰ੍ਹਾਂ ਨਦੀ ਦੇ ਵਿੱਚ ਜਿਹੜੇ ਵੱਡੇ ਵੱਡੇ ਮੱਛ ਹੁੰਦੇ ਆ, ਉਹਨਾਂ ਦੇ ਉੱਤੇ ਜਿਹੜੇ ਦਾਸ ਝੀਵਰ ਕਹਿੰਦੇ ਆ, ਜਿਨ੍ਹਾਂ ਨੂੰ ਸਾਧ ਸੰਗਤ ਜੀ ਜਾਲ ਸੁੱਟ ਕੇ ਮੱਛੀਆਂ ਫੜਨ ਵਾਲੇ, ਬੱਦਕ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਇੱਕ ਤਾਂ ਹੁੰਦੇ ਆ ਨਾ ਜਿਹੜੇ ਬਰਤਨ ਆਦਿਕ ਭਰ ਕੇ ਖੂਹਾਂ ਤੋਂ ਪਾਣੀ ਭਰਨ ਦੀ ਸੇਵਾ ਕਰਦੇ ਮਹਿਰੇ, ਇਹ ਜਿਹੜੇ ਇਹ ਵੱਖਰੇ ਹੁੰਦੇ ਆ ਝੀਵਰ। ਸੋ ਉਹ ਜਾਲ ਸੁੱਟ ਕੇ ਸ਼ਿਕਾਰ ਕਰਦੇ, ਮੱਛੀਆਂ ਆਦਿਕ ਫੜਦੇ। ਇਸ ਪ੍ਰਕਾਰ ਕਹਿੰਦੇ ਨਦੀ ਮਦ ਮੱਛ ਪਰ 10 ਜਾਲ ਪਾਨ ਹੈ। ਨਦੀ ਦੇ ਵਿੱਚ ਜਿਹੜੇ ਮੱਛ ਹੈ ਉਹਨਾਂ ਨੂੰ ਫੜਨ ਦੇ ਲਈ, ਉਹਨਾਂ ਦੇ ਉੱਤੇ ਜਾਲ ਪਾ ਕੇ ਉਹਨਾਂ ਨੂੰ ਕੈਦ ਕਰਨ ਦੇ ਲਈ, ਉਹਨਾਂ ਨੂੰ ਮਾਰਨ ਦੇ ਲਈ, ਜਿਵੇਂ ਕਹਿੰਦੇ ਝੀਵਰ ਜਾਂ ਉਹ ਸ਼ਿਕਾਰੀ ਜਾਂ ਦਾਸ ਜਿਹੜਾ ਹੈ ਉਹ ਹਾਵੀ ਹੈ, ਸਮਰੱਥ ਹੈ, ਬਲਵਾਨ ਹੈ। ਔਰ ਜਿਵੇਂ ਸ਼ੇਰ ਆਪਣੇ ਭੱਛ ਦੇ ਉੱਤੇ, ਆਪਣੀ ਖੁਰਾਕ ਦੇ ਉੱਤੇ, ਆਪਣੇ ਸ਼ਿਕਾਰ ਦੇ ਉੱਤੇ ਹਾਵੀ ਹੁੰਦਾ ਹੈ, ਇਸੇ ਪ੍ਰਕਾਰ ਬਾਜ ਜਿਵੇਂ ਪੱਛ ਪਰ ਬਾਜ ਜਿਹੜਾ ਸ਼ਿਕਾਰੀ ਪੰਛੀ ਹੈ, ਉਹ ਪੰਛੀਆਂ ਦੇ ਉੱਤੇ, 2 ਖੰਭੇ ਪੰਛੀਆਂ ਦੇ ਉੱਤੇ ਹਾਵੀ ਹੁੰਦਾ ਹੈ, ਬਲਵਾਨ ਹੁੰਦਾ ਹੈ। ਉਹਨਾਂ ਨੂੰ ਆਪਣੇ ਪੰਜੇ ਦੇ ਵਿੱਚ ਜ਼ੋਰ ਦੇ ਨਾਲ ਪਕੜ ਲੈਂਦਾ, ਮਾਰ ਸੁੱਟਦਾ ਹੈ, ਉਹਨਾਂ ਉੱਤੇ ਬਲਵਾਨ ਹੈ। ਇਸੇ ਤਰ੍ਹਾਂ ਕਹਿੰਦੇ ਜਿਵੇਂ ਚੰਡੀ, ਜਿਵੇਂ ਦੁਰਗਾ ਬਿੜਾ ਲੱਛ ਨਾਮ ਦੇ ਦੈਂਤ ਦੇ ਉੱਤੇ ਹਾਵੀ ਹੋਈ, ਬਲਵਾਨ ਹੋਈ, ਸਮਰੱਥ ਹੋਈ।
ਜਿਹੜਾ ਬਿੜਾਲਛ, ਬਿੜਾਲ ਨਾਮ ਬਿੱਲੇ ਦਾ ਹੈ ਤੇ ਅਛ ਨਾਮ ਅੱਖਾਂ ਦਾ ਹੈ। ਬਿੱਲੇ ਵਰਗੀਆਂ ਅੱਖਾਂ, ਬਿੱਲੀਆਂ ਅੱਖਾਂ ਵਾਲਾ ਜਿਹੜਾ ਰਾਖਸ਼ ਸੀ ਬਿੜਾਲਛ ਨਾਮ ਦਾ, ਉਹਦੇ ਉੱਤੇ ਕਹਿੰਦੇ ਜਿਵੇਂ ਚੰਡੀ ਦੁਰਗਾ ਸਮਰੱਥ ਹੈ, ਦੁਰਗਾ ਉਹਦੇ ਉੱਤੇ ਬਲ ਵਾਲੀ ਬਲਵਾਨ ਹੈ, ਹਾਵੀ ਹੈ, ਔਰ ਕੀਨ ਦੁਤਹਾਨ ਹੈ, ਜਿਸ ਨੇ ਉਹਦੀ ਸ਼ੋਭਾ ਨੂੰ, ਉਹਦੀ ਕ੍ਰਾਂਤੀ ਨੂੰ, ਉਹਦੇ ਜ਼ੋਰ ਨੂੰ ਨਾਸ਼ ਕੀਤਾ ਹੈ। ਰਾਮ ਸ਼ਬਦ ਪਾਲ ਪਰ ਰਾਮ ਸੁਰ ਸਾਲ ਪਰ। ਇਸੇ ਤਰ੍ਹਾਂ ਪਰਸਰਾਮ ਜਿਹੜਾ ਉਹ ਛਿਤਪਾਲ ਧਰਤੀ ਦੇ ਰਾਜੇ ਜਿਹੜੇ ਖੱਤਰੀ ਰਾਜੇ ਸੀ ਉਹਨਾਂ ਦੇ ਉੱਤੇ ਸਮਰੱਥ ਹੋਇਆ, ਉਹਨਾਂ ਤੇ ਹਾਵੀ ਹੋਇਆ। 21 ਵਾਰ ਮਾਰ ਕੇ ਇਹਨਾਂ ਨੂੰ ਸਰੋਵਰ ਭਰ ਕੇ, ਕੁੰਡ ਭਰ ਕੇ ਇਹਨਾਂ ਦੇ ਖੂਨ ਦਾ, ਉਹਦੇ ਵਿੱਚ ਇਹ ਨਹਾਤਾ। ਇਹ ਛਿਤਪਾਲ ਧਰਤੀ ਦੇ ਰਾਜਿਆਂ ਦੇ ਉੱਤੇ ਪਰਸਰਾਮ ਜਿਵੇਂ ਬਲੀ ਹੈ, ਬਲੀ ਹੈ। ਰਾਮ ਸੁਰ ਸਾਲ ਪਰ। ਇਸੇ ਤਰ੍ਹਾਂ ਦਸ਼ਰਥ ਰਾਜੇ ਦਾ ਪੁੱਤਰ ਰਾਮਚੰਦਰ ਜਿਵੇਂ ਕਹਿੰਦੇ ਸੁਰ ਸਾਲ ਦੇਵਤਿਆਂ ਦੇ ਵੈਰੀ ਰਾਵਣ ਦੇ ਉੱਤੇ ਹਾਵੀ ਬਲੀ ਹੈ। ਰਾਮ ਮਗ ਪਾਲ ਪਰ ਜੈਸੇ ਸਾਵਧਾਨ ਹੈ। ਔਰ ਇਸੇ ਤਰ੍ਹਾਂ ਜਿਹੜਾ ਬਲਰਾਮ ਹੈ ਕ੍ਰਿਸ਼ਨ ਦਾ ਭਰਾ, ਉਹ ਮਗਪਾਲ ਮਗਧ ਦੇਸ਼ ਦੇ ਰਾਜੇ ਜਰਾਸੰਧ ਦੇ ਉੱਤੇ ਸਾਵਧਾਨ ਹੈ, ਉਹਨੂੰ ਮਾਰਨ ਦੇ ਵਾਸਤੇ ਸਮਰੱਥ ਹੋਇਆ, ਸੁਚੇਤ ਹੋਇਆ ਹੈ। ਸੋ ਇਸੇ ਪ੍ਰਕਾਰ ਆਖਰੀ ਤੁਕ ਦੇ ਵਿੱਚ ਦੱਸਣਗੇ ਇਹ ਸਾਰੀਆਂ ਉਦਾਹਰਨਾਂ ਦੇ ਕੇ, ਸਾਰੇ ਪ੍ਰਮਾਣ ਦੇ ਕੇ ਕਿ ਗੁਰੂ ਕਾ ਸਿੱਖ ਜਿਹੜਾ ਸੱਚਾ ਸੁੱਚਾ ਉਹ ਮੋਹ ਦੇ ਉੱਤੇ ਕਿਵੇਂ ਬਲਵਾਨ ਹੈ, ਮੋਹ ਦੇ ਉੱਤੇ ਕਿਵੇਂ ਸਮਰੱਥ ਹੈ, ਕਿਵੇਂ ਹਾਵੀ ਹੈ, ਕਿਵੇਂ ਉਹਨੇ ਕਾਬੂ ਪਾਇਆ ਹੋਇਆ ਹੈ। ਇੱਥੇ ਉਦਾਹਰਨ ਦੇ ਰਿਹਾ ਰਾਮ ਮਗਪਾਲ ਪਰ ਜੈਸੇ ਸਾਵਧਾਨ ਹੈ। ਉਹ ਜਿਹੜਾ ਬਲਰਾਮ ਹੈ ਮਗਧ ਦੇਸ਼ ਦਾ ਰਾਜਾ ਜਰਾਸੰਧ, ਉਹਦੇ ਉੱਤੇ ਕਿਵੇਂ ਬਲਵਾਨ ਹੈ। ਇਹ ਜਰਾਸੰਧ ਦੇ ਬਾਰੇ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਾਜਾ ਬ੍ਰਹਦਰਥ ਇੱਕ ਹੋਇਆ, ਉਹਨੂੰ ਸਾਧ ਸੰਗਤ ਜੀ ਇੱਕ ਚੰਡ ਕੌਸ਼ਿਕ ਨਾਂ ਦੇ ਰਿਖੀ ਨੇ ਫਲ ਦਿੱਤਾ ਸੀ। ਕਹਿੰਦਾ ਆਪਣੀ ਰਾਣੀ ਨੂੰ ਜਾ ਕੇ ਦੇ ਦੇਈਂ, ਤੇਰੇ ਘਰ ਬੜਾ ਬਲੀ ਸੂਰਮਾ ਪੁੱਤਰ ਪੈਦਾ ਹੋਵੇਗਾ। ਤੇ ਰਾਜੇ ਬ੍ਰਹਦਰਥ ਨੇ ਸਾਧ ਸੰਗਤ ਜੀ ਆਪਣੇ ਘਰ ਆ ਕੇ 2 ਰਾਣੀਆਂ ਨੂੰ ਆਪਣੀਆਂ ਨੂੰ ਨਾ ਅੱਧਾ ਅੱਧਾ ਫਲ ਉਹ ਦੇ ਦਿੱਤਾ। ਰਿਸ਼ੀ ਚੰਡ ਕੌਸ਼ਿਕ ਦੇ ਬਚਨਾਂ ਦੇ ਮੁਤਾਬਕ ਸਾਧ ਸੰਗਤ ਜੀ ਪੁੱਤਰ ਤਾਂ ਪੈਦਾ ਹੋਣਾ ਹੀ ਸੀ, ਪਰ ਫਲ ਅੱਧਾ ਅੱਧਾ ਵੰਡ ਦਿੱਤਾ। ਦੋਵੇਂ ਰਾਣੀਆਂ ਨੂੰ ਅੱਧਾ ਅੱਧਾ ਪੁੱਤਰ ਪੈਦਾ ਹੋਇਆ। ਅੱਧਾ ਸਰੀਰ ਦਾ ਭਾਗ ਇੱਕ ਪਾਸੇ, ਅੱਧਾ ਸਰੀਰ ਦਾ ਭਾਗ ਦੂਸਰੀ ਰਾਣੀ ਨੇ ਪੈਦਾ ਕੀਤਾ। ਇਸ ਪ੍ਰਕਾਰ ਜਦੋਂ ਐਸਾ ਅੱਧਾ ਅੱਧਾ ਸਰੀਰ ਲੈ ਕੇ ਬਾਲਕ ਜਨਮਿਆ ਦੋਵੇਂ ਰਾਣੀਆਂ ਤੋਂ, ਤਾਂ ਇਹਨੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੁੱਟ ਦਿੱਤਾ। ਉੱਥੇ ਸਾਧ ਸੰਗਤ ਜੀ ਜਰਾ ਨਾਮ ਦੀ ਇੱਕ ਰਾਖਸ਼ੀ ਸੀ, ਉਹਨੇ ਇਹ ਬਾਲਕ ਦੇ ਸਰੀਰ ਦੇ ਦੋਵੇਂ ਟੋਟਿਆਂ ਨੂੰ ਜੋੜ ਦਿੱਤਾ, ਸੰਧ ਲਾ ਦਿੱਤੀ। ਜਰਾ ਨਾਮ ਉਹ ਰਾਖਸ਼ਣੀ ਦਾ ਹੈ ਤੇ ਸੰਧ ਕਹੀਏ ਉਹਨੂੰ ਸੀ ਦਿੱਤਾ, ਜੋੜ ਦਿੱਤਾ, ਜੋੜ ਲਾ ਦਿੱਤਾ, ਜਿਸ ਕਰਕੇ ਇਹ ਰਾਜੇ ਦਾ ਨਾਂ ਜਰਾਸੰਧ ਸੀ। ਇਹ ਜੀਵਤ ਹੋ ਉੱਠਿਆ ਔਰ ਇਹ ਪੁੱਤਰ ਇਹਨੇ ਰਾਜੇ ਬ੍ਰਹਦਾਰਥ ਨੂੰ ਸੌਂਪ ਦਿੱਤਾ ਕਿ ਤੇਰਾ ਪੁੱਤਰ ਬੜਾ ਮਹਾਬਲੀ, ਬੜਾ ਤਕੜਾ ਇਹ ਤੇਰਾ ਪੁੱਤਰ ਸੰਸਾਰ ਦੇ ਵਿੱਚ ਹੋਵੇਗਾ। ਤੇ ਸਾਧ ਸੰਗਤ ਜੀ ਫਿਰ ਇਹਨੇ ਕੀ ਕੀਤਾ, ਇਹ ਜਿਹੜਾ ਜਰਾਸੰਧ ਰਾਜਾ ਸੀ ਨਾ, ਇਹ ਕੰਸ ਕੇਸੀ ਪਕੜ ਗਰਾਇਆ। ਭਗਵਾਨ ਕ੍ਰਿਸ਼ਨ ਦਾ ਮਾਮਾ ਸੀ, ਜਿਹੜਾ ਕ੍ਰਿਸ਼ਨ ਜੀ ਦਾ ਬੜਾ ਵਿਰੋਧੀ ਸੀ। ਜਦੋਂ ਕੰਸ ਨੂੰ ਮਾਰਿਆ ਤੇ ਜਰਾਸੰਧ ਜਿਹੜਾ ਬੜਾ ਵਿਆਕੁਲ, ਬੜਾ ਦੁਖੀ ਹੋ ਉੱਠਿਆ। ਬਦਲਾ ਲੈਣ ਦੀ ਠਾਣ ਲਈ ਵੀ ਕ੍ਰਿਸ਼ਨ ਤੋਂ ਮੈਂ ਬਦਲਾ ਜ਼ਰੂਰ ਲੈਣਾ, ਇਹਨੇ ਮੇਰੇ ਜਵਾਈ ਨੂੰ ਮਾਰ ਦਿੱਤਾ। ਤੋ ਸਾਧ ਸੰਗਤ ਜੀ ਜਿਸ ਵੇਲੇ ਮਥੁਰਾ ਦੇ ਵਿੱਚ ਫਿਰ ਇਹ ਜੰਗ ਹੁੰਦਾ, ਤਾਂ ਸਾਧ ਸੰਗਤ ਉਸ ਵੇਲੇ ਭਗਵਾਨ ਕ੍ਰਿਸ਼ਨ ਦਾ ਭਰਾ ਬਲਰਾਮ ਜੀ ਦਾ ਨਾਮ ਬਲਭੱਦਰ ਵੀ ਆਉਂਦਾ। ਕਈ ਜਗ੍ਹਾ ਦੇ ਉੱਤੇ ਭੀਮਸੈਨ ਵੀ ਲਿਖਿਆ ਕਿ ਭੀਮਸੈਨ ਨੇ ਜਰਾਸੰਧ ਨੂੰ ਮਾਰਿਆ, ਪਰ ਬਲਰਾਮ ਜਿਹੜਾ ਸੀ ਉਹ ਸਾਧ ਸੰਗਤ ਜਰਾਸੰਧ ਦੇ ਨਾਲ ਮੁਕਾਬਲਾ ਕਰਦਾ ਰਿਹਾ ਕਈ ਦਿਨਾਂ ਤੱਕ। ਜਰਾਸੰਧ ਵੀ ਤਕੜਾ ਸੀ, ਬੜਾ ਬਲੀ ਸੀ। ਦੋਵੇਂ ਗੁੱਥਮ ਗੁੱਥਾ ਹੁੰਦੇ ਰਹੇ, ਘੁਲਦੇ ਰਹੇ, ਦੋਨਾਂ 'ਚੋਂ ਕੋਈ ਇੱਕ ਦੂਜੇ ਨੂੰ ਮਾਰ ਨਾ ਸਕਿਆ। ਬਲਰਾਮ ਬੜਾ ਦੁਖੀ ਹੋ ਗਿਆ, ਵਿਆਕੁਲ ਹੋ ਗਿਆ। ਭਗਵਾਨ ਕ੍ਰਿਸ਼ਨ ਇਸ਼ਾਰਾ ਕਰਦੇ ਆ, ਕਹਿੰਦੇ ਮਾਰਦੇ ਹੁਣ ਇਹਨੂੰ। ਤੇ ਉਹ ਕਹਿਣ ਲੱਗਾ ਵੀ ਮਾਰ ਤਾਂ ਦੇਵਾਂ, ਪਰ ਮੇਰਾ ਵਸ ਕੋਈ ਨਹੀਂ ਚੱਲਦਾ, ਬਲੀ ਬੜਾ ਹੈ, ਜ਼ੋਰ ਇਹਦੇ ਵਿੱਚ ਇੰਨਾ ਹੈ ਕਿ ਤਾਂ ਮੈਨੂੰ ਬਾਰ-ਬਾਰ ਥੱਲੇ ਸੁੱਟ ਲੈਂਦਾ। ਮੈਂ ਮਸਾਂ ਇਹ ਤੋਂ ਆਪਾ ਬਚਾ ਪਾ ਰਿਹਾ, ਇਹਨੂੰ ਮਾਰਾਂ ਕਿਵੇਂ। ਭਗਵਾਨ ਜੀ ਉਸ ਵੇਲੇ ਦਾਤਣ ਕਰ ਰਹੇ ਸੀ। ਦਾਤਣ ਕਰਦਿਆਂ ਕਰਦਿਆਂ ਉਹਨਾਂ ਨੇ
ਸਾਧ ਸੰਗਤ ਉਹ ਦਾਤਣ ਨਾ ਦੋ ਹਿੱਸਿਆਂ ਵਿੱਚ ਪਾੜ ਕੇ ਤੇ ਪਰੇ ਭਗਾ ਮਾਰੀ। ਇੱਕ ਇਸ਼ਾਰਾ ਕਰ ਦਿੱਤਾ, ਕਿਉਂਕਿ ਪਤਾ ਸੀ ਜਰਾ ਸੰਧ ਇਹ ਜੋੜ ਲਾ ਕੇ ਬਣਿਆ ਹੋਇਆ ਬਾਲਕ ਹੈ। ਜਰਾ ਰਾਖਸ਼ਣੀ ਨੇ ਸੰਧ ਲਾਈ ਹੈ, ਜੋੜ ਲਾਇਆ। ਤੋ ਇਸ਼ਾਰਾ ਸਮਝ ਕੇ ਇਹ ਬਲਰਾਮ ਨੇ ਸਾਧ ਸੰਗਤ ਇਹਨੂੰ ਧਰਤੀ ਉੱਤੇ ਸੁੱਟ ਕੇ ਇਹਦੀ ਇੱਕ ਲੱਤ ਦੇ ਉੱਤੇ ਆਪਣਾ ਇੱਕ ਪੈਰ ਰੱਖਿਆ, ਦੂਜੀ ਲੱਤ ਫੜ ਕੇ ਨਾ ਜ਼ੋਰ ਦੀ ਖਿੱਚਿਆ ਤੇ ਦੋ ਹਿੱਸਿਆਂ ਵਿੱਚ ਇਹਦਾ ਸਰੀਰ ਪਾੜ ਦਿੱਤਾ। ਇਹਦੇ ਸਰੀਰ ਦਾ ਜਿਹੜਾ ਜੋੜ ਲੱਗਿਆ ਹੋਇਆ ਸੀ ਉਹ ਖੁੱਲ ਗਿਆ। ਇਉਂ ਜਰਾਸੰਧ ਮਾਰਿਆ ਸੀ। ਸੋ ਜਿਹੜਾ ਜਰਾਸੰਧ ਮਗਧ ਦੇਸ਼ ਦਾ ਰਾਜਾ ਸੀ, ਇਹਦੇ ਉੱਤੇ ਕਹਿੰਦੇ ਜਿਵੇਂ ਬਲਰਾਮ ਸਾਵਧਾਨ ਹੋਇਆ, ਸਾਵਧਾਨ ਹੋ ਕੇ ਇਹਨੂੰ ਖਤਮ ਕੀਤਾ। ਇਹਦੇ ਉੱਤੇ ਬਲੀ ਹੋਇਆ, ਹਾਵੀ ਹੋਇਆ ਹੈ। ਸ਼ਕਰ ਜਿਮ ਕੋਹ ਪਰ ਚੱਕਰ ਹਰ ਦ੍ਰੋਹ ਪਰ। ਇਸੇ ਤਰ੍ਹਾਂ ਸ਼ੱਕਰ ਨਾਮ ਇੰਦਰ ਦਾ ਹੈ। ਇੰਦਰ ਰਾਜਾ ਜਿਮ ਕੋਹ ਪਰ, ਕੋਹ ਨਾਮ ਪਹਾੜ ਦਾ ਹੈ। ਜਿਵੇਂ ਪਹਾੜਾਂ ਦੇ ਉੱਤੇ ਬਲੀ ਹੈ, ਪਹਾੜਾਂ ਉੱਤੇ ਬਲਵਾਨ ਹੈ। ਉਹ ਕਿਵੇਂ? ਐਸਾ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਪਹਿਲਾਂ ਜਿਹੜੇ ਪਹਾੜ ਸਨ ਨਾ ਪੰਛੀਆਂ ਵਾਂਗੂ ਉੱਡਦੇ ਸਨ, ਖੰਭਾਂ ਸਹਿਤ ਹੁੰਦੇ ਸੀ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਡ ਕੇ ਇਹਨਾਂ ਨੇ ਜਾਣਾ। ਬਹੁਤ ਜਗ੍ਹਾ ਦੇ ਉੱਤੇ ਫਸਲਾਂ ਇਹਨਾਂ ਨੇ ਤਬਾਹ ਕਰ ਦੇਣੀਆਂ ਜਿੱਥੇ ਜਾ ਕੇ ਟਿਕ ਜਾਣਾ। ਤਾਂ ਗੁੱਸੇ ਵਿੱਚ ਆ ਕੇ ਸਾਧ ਸੰਗਤ ਜੀ ਇਹ ਰਾਜੇ ਇੰਦਰ ਨੇ ਨਾ ਇਹਨਾਂ ਪਹਾੜਾਂ ਦੇ ਖੰਭ ਕੱਟ ਸੁੱਟੇ। ਇਹ ਬੜੇ ਤੜਪੇ। ਜਗ੍ਹਾ ਜਗ੍ਹਾ ਦੇ ਉੱਤੇ ਧਰਤੀ ਦੇ ਉੱਤੇ ਪਹਾੜ ਖਿੰਡ ਗਏ, ਕਿਉਂਕਿ ਹੁਣ ਉੱਡ ਤਾਂ ਸਕਦੇ ਨਹੀਂ ਸੀ। ਫਿਰ ਇੱਕ ਪ੍ਰਿਥੂ ਹੋਇਆ ਰਾਜਾ, ਉਹਨੇ ਆਪਣੇ ਤੀਰਾਂ ਦੇ ਬਲ ਦੇ ਨਾਲ, ਧਰਮ ਗ੍ਰੰਥ ਕਹਿੰਦੇ ਆ ਵੀ ਪਹਾੜਾਂ ਨੂੰ ਚੱਕ ਚੱਕ ਕੇ ਨਾ ਧਰਤੀ ਦੇ ਇੱਕ ਪਾਸੇ ਕਰ ਦਿੱਤਾ, ਜਿੰਨੇ ਖਿੰਡੇ ਪੁੰਡੇ ਪਹਾੜ ਸੀ। ਸੋ ਇੱਥੇ ਕਵੀ ਜੀ ਕਹਿ ਰਹੇ ਆ ਕਿ ਜਿਹੜਾ ਇੰਦਰ ਹੈ, ਜਿਹਦਾ ਪਹਾੜਾਂ ਦੇ ਉੱਤੇ ਜ਼ੋਰ ਚੱਲਿਆ, ਪਹਾੜਾਂ ਦੇ ਉੱਤੇ ਬਲੀ ਹੋਇਆ। ਸ਼ੱਕਰ ਜਿਮ ਕੋਹ ਪਰ, ਇੰਦਰ ਰਾਜਾ ਜਿਹਨੇ ਪਹਾੜਾਂ ਦੇ ਖੰਭ ਕੱਟ ਸੁੱਟੇ, ਉਹਨਾਂ ਪਹਾੜਾਂ ਦੇ ਉੱਤੇ ਬਲੀ ਹੈ, ਬਲਵਾਨ ਹੈ, ਹਾਵੀ ਹੈ, ਸਮਰੱਥ ਹੈ। ਔਰ ਚੱਕਰ ਹਰ ਦ੍ਰੋਹ ਪਰ, ਹਰੀ ਦਾ, ਵਿਸ਼ਨੂੰ ਦਾ ਜਿਹੜਾ ਚੱਕਰ ਹੈ, ਸੁਦਰਸ਼ਨ ਚੱਕਰ ਭਗਵਾਨ ਵਿਸ਼ਨੂੰ ਦਾ, ਉਹ ਦਰੋਹੀਆਂ ਦੇ ਉੱਤੇ, ਦੁਖੀਆਂ ਦੇ ਉੱਤੇ ਬਲਵਾਨ ਹੈ। ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ। ਇੰਨੇ ਪ੍ਰਮਾਣ ਦੇ ਕੇ ਕਹਿੰਦੇ ਨੇ ਗੁਰੂ ਕੇ ਸਿੱਖ ਦੀ ਮਹਿਮਾ ਕਰਦੇ ਹੋਏ। ਜਿਸ ਸਿੱਖ ਦੀ ਬਾਬਤ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾ ਹਰ ਨਾਮ ਧਿਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਕੇ ਸਿੱਖ ਦਾ ਕਰਤੱਵ ਦੱਸਿਆ, ਗੁਰੂ ਕਾ ਸਿੱਖ ਕੈਸਾ ਹੁੰਦਾ। ਸੋ ਸਿੱਖ ਸਕਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸੋ ਇਸ ਪ੍ਰਕਾਰ ਕਹਿੰਦੇ ਜਿਵੇਂ ਆਹ ਸਾਰੇ ਪ੍ਰਮਾਣ ਦਿੱਤੇ ਹੈ, ਇਸੇ ਪ੍ਰਕਾਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਮੋਹ ਦੇ ਉੱਤੇ ਬਲਵਾਨ ਹੈ, ਬਲਸ਼ਾਲੀ ਹੈ, ਮੋਹ ਦੇ ਉੱਤੇ ਜ਼ੋਰ ਪਾਉਣ ਵਾਲਾ ਹੈ, ਮੋਹ ਦੇ ਉੱਤੇ ਹਾਵੀ ਹੈ, ਸਮਰੱਥ ਹੈ। ਕਹਿ ਬਾਲਾ ਸ੍ਰੀ ਗੁਰੂ ਜੀ। ਅੱਗੇ ਸਤਿਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹੋਰ ਗੁਰੂ ਕੇ ਸਿੱਖਾਂ ਨੂੰ ਖਡੂਰ ਸਾਹਿਬ ਤਪਿਆਣਾ ਗੁਰਦੁਆਰਾ ਸਾਹਿਬ ਵਿਖੇ ਬੈਠੇ ਹੋਏ ਭਾਈ ਬਾਲਾ ਜੀ ਜਿਵੇਂ ਇਤਿਹਾਸ ਸੁਣਾ ਰਹੇ ਆ। ਕਵੀ ਜੀ ਨੇ ਲਿਖਿਆ ਕਿ ਭਾਈ ਬਾਲਾ ਜੀ ਕਹਿਣ ਲੱਗੇ, ਹੇ ਸ਼ੋਭਾਵਾਨ ਸਤਿਗੁਰੂ ਜੀ। ਸੁਣੋ ਕਥਾ ਇਤਿਹਾਸ। ਅੱਗੇ ਇਤਿਹਾਸ ਸੁਣੋ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਪ੍ਰਸੰਗ ਹੋਰ ਸੁਣੋ। ਜੈਸ ਭਾਂਤ ਹਰ ਖੇਲ ਹੀ। ਜਿਸ ਪ੍ਰਕਾਰ ਹਰੀ ਦਾ ਸਰੂਪ, ਪਰਮੇਸ਼ਰ ਦਾ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਖੇਡ ਖੇਡ ਦੇ ਵਿੱਚ ਬਾਲਕਾਂ ਦੇ ਨਾਲ ਖੇਡਦੇ ਐ, ਤੇ ਖੇਡ ਦੇ ਬਹਾਨੇ ਹੀ ਆਪਣੇ ਦਾਸਾਂ ਦੇ, ਆਪਣੇ ਸਿੱਖ ਸੇਵਕਾਂ ਦੇ, ਇਹਨਾਂ ਬਾਲਕਾਂ ਦੇ ਵੱਡੇ ਵੱਡੇ ਜਿਹੜੇ ਪਾਪ ਹੈ ਉਹਨਾਂ ਨੂੰ ਕੱਟ ਦਿੰਦੇ ਹਨ। ਬਾਲਕ ਸੋ ਮਿਲ ਖੇਡਤ ਖੇਡਨ। ਸੋ ਬਾਲਕਾਂ ਦੇ ਨਾਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਖੇਡਾਂ ਖੇਡਦੇ ਹਨ। ਆਪਣੇ ਪੁੱਤਰ ਨੂੰ ਬੱਚਿਆਂ ਨਾਲ ਖੇਡਦਾ ਦੇਖ ਕੇ ਪਿਤਾ ਮਹਿਤਾ ਕਾਲੂ ਜੀ ਬੜੇ ਪਿਆਰ ਵਿੱਚ ਆ ਕੇ ਪੁੱਤਰ ਨਾਲ ਲਾਡ ਪਿਆਰ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਬੜਾ ਸੁੰਦਰ ਸਰੀਰ ਹੈ, ਸਰੀਰ ਦੇ ਉੱਤੇ ਸੋਹਣੇ ਵਸਤਰ ਪਹਿਨੇ ਆ, ਸੋਹਣੇ ਗਹਿਣੇ ਧਾਰਨ ਕੀਤੇ ਹਨ। ਇਉਂ ਤਿਆਰ ਬਰ ਤਿਆਰ ਹੋ ਕੇ ਰਾਏ ਭੋਏ ਦੀ ਤਲਵੰਡੀ ਨਗਰ ਦੀਆਂ ਗਲੀਆਂ ਦੇ ਵਿੱਚ ਵਿਚਰਦੇ ਹਨ।
ਕਦੇ ਸਾਧ ਸੰਗਤ ਜੀ ਬਾਲਕਾਂ ਦੇ ਨਾਲ ਖੇਡਦੇ ਹੋਏ ਦੌੜ ਜਾਂਦੇ ਹਨ, ਦੌੜ ਕੇ ਉਹਨਾਂ ਦੇ ਅੱਗੇ ਅੱਗੇ ਭੱਜ ਲੈਂਦੇ ਹਨ, ਤੇ ਕਿਤੇ ਸਾਧ ਸੰਗਤ ਬੈਠ ਜਾਂਦੇ ਹਨ, ਸਥਿਤ ਹੋ ਜਾਂਦੇ ਹਨ। ਤੇ ਕਦੇ ਕਦੇ ਆਪਣੀ ਮੌਜ ਵਿੱਚ ਆ ਕੇ ਬਹੁਤ ਮਧੁਰ, ਬਹੁਤ ਰਸੀਲੇ ਬਚਨ ਜਿਹੜੇ ਆ ਆਪਣੇ ਮੁਖੋਂ ਉਚਾਰਦੇ ਹਨ। ਔਰ ਇਸੇ ਪ੍ਰਕਾਰ ਮਾਤਾ ਤ੍ਰਿਪਤਾ ਜੀ ਤੋਂ ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੋਜਨ ਛਕਦੇ ਹਨ। ਮਾਤਾ ਜੀ ਆਪਣੇ ਪੁੱਤਰ ਨੂੰ ਭੋਜਨ ਛਕਾਉਂਦਿਆਂ ਹੋਇਆਂ ਉਹਦੇ ਵੱਲ ਦੇਖ ਦੇਖ ਕੇ ਬੜੇ ਪ੍ਰਸੰਨ ਹੁੰਦੇ ਹਨ। ਇੱਕ ਦਿਨ ਪਿਤਾ ਮਹਿਤਾ ਕਾਲੂ ਜੀ ਨੇ ਐਸਾ ਵਿਚਾਰ ਕੀਤਾ ਕਿ ਸਤਿਗੁਰੂ ਨਾਨਕ ਦੇਵ ਜੀ ਜਿਹੜਾ ਮੇਰਾ ਪੁੱਤਰ ਹੈ ਨਾਨਕ, ਇਹਦੀ ਪੜ੍ਹਨ ਪੜ੍ਹਾਉਣ ਤੋਂ ਬਿਨਾਂ ਐਵੇਂ ਉਮਰ ਬੀਤਦੀ ਜਾ ਰਹੀ ਹੈ। ਕਹਿੰਦੇ ਵੱਡਾ ਹੋ ਕੇ ਕਿਹੜਾ ਕੰਮ ਕਰੇਗਾ, ਪੜ੍ਹਦਾ ਤਾਂ ਹੈ ਨਹੀਂ, ਕਿਵੇਂ ਇਹਦਾ ਗੁਜ਼ਾਰਾ ਹੋਵੇਗਾ, ਕਿਵੇਂ ਗੁਜ਼ਰਾਨ ਹੋਵੇਗੀ। ਜਿਸ ਕਰਕੇ ਇਹਨੂੰ ਕੋਈ ਨਾ ਕੋਈ ਕਮਾਈ ਕਰਨੀ ਚਾਹੀਦੀ ਹੈ। ਕਹਾਂ ਕਰਕੇ ਲੇਹ ਕਮਾਏ, ਕਿਸ ਤਰੀਕੇ ਦੇ ਨਾਲ ਇਹ ਧਨ ਕਮਾਵੇਗਾ, ਕਿਹੜਾ ਕੰਮ ਕਰੇਗਾ। ਜਿਹੜੀ ਆਪਣੀ ਕਾਰ ਹੈ, ਸਾਡੇ ਘਰ ਦਾ ਕੰਮ ਕਾਰ ਹੈ, ਮੈਂ ਪਟਵਾਰੀ ਲੱਗਿਆ ਹੋਇਆ, ਜੇ ਇਹ ਕੰਮ ਨਹੀਂ ਕਰੇਗਾ, ਇਹ ਪਟਵਾਰੀ ਨਹੀਂ ਲੱਗੇਗਾ ਅੱਗੇ, ਤੇ ਕਹਿੰਦੇ ਫਿਰ ਇਹ ਕਿਰਤ ਕਿਵੇਂ ਬਣ ਆਵੇਗੀ, ਫਿਰ ਤਾਂ ਕੰਮ ਕਾਜ ਨਹੀਂ ਚੱਲਣਾ। ਜੇ ਕਹਿੰਦੇ ਘਰ ਦਾ ਜਿਹੜਾ ਪਿਤਾ ਪੁਰਖੀ ਕੰਮ ਹੈ ਮੇਰਾ ਪੁੱਤਰ ਨਾਨਕ ਨਾ ਕਰੇਗਾ, ਤੇ ਕਹਿੰਦੇ ਫਿਰ ਤਾਂ ਸਾਰਾ ਸੰਸਾਰ ਸਾਡੀ ਨਿੰਦਿਆ ਹੀ ਕਰੂਗਾ ਨਾ, ਵੀ ਪਿਤਾ ਮਹਿਤਾ ਕਾਲੂ ਆਪ ਦਾ ਪਟਵਾਰੀ ਸੀ, ਪੁੱਤਰ ਨੂੰ ਅਨਪੜ੍ਹ ਰੱਖਿਆ, ਮੇਰੀ ਵੀ ਨਿੰਦਾ ਹੋਏਗੀ, ਤੇ ਅਨਪੜ੍ਹ ਕਹਿ ਕੇ ਮੇਰੇ ਪੁੱਤਰ ਦੀ ਵੀ ਨਿੰਦਿਆ ਹੋਵੇਗੀ। ਇਸ ਕਰਕੇ ਹੁਣ ਕਹਿੰਦੇ ਵੇਲਾ ਹੈ, ਮੈਨੂੰ ਇਹਨਾਂ ਨੂੰ ਪੜ੍ਹਾਉਣਾ ਯੋਗ ਹੈ। ਜੇਕਰ ਇਹ ਐਂ ਵੱਡੇ ਹੋ ਗਏ, ਅਨਪੜ੍ਹ ਰਹਿ ਗਈ, ਫਿਰ ਵੱਡੇ ਹੋਇਆਂ ਤੋਂ ਤਾਂ ਨਹੀਂ ਪੜ੍ਹਿਆ ਜਾਣਾ। ਇਹ ਵਿਚਾਰ ਕਰਕੇ ਆਪਣੇ ਪੁੱਤਰ ਨਾਨਕ ਨੂੰ ਲੈ ਕੇ ਪਿਤਾ ਮਹਿਤਾ ਕਾਲੂ ਜੀ ਚੱਲ ਪਏ। ਕਿੱਥੇ ਚਲੇ ਗਏ? ਜਿੱਥੇ ਸਾਰੇ ਬਾਲਕ ਮਿਲ ਕੇ ਫਾਰਸੀ ਭਾਸ਼ਾ ਪੜ੍ਹਦੇ ਹਨ, ਉੱਥੇ ਜਿਹੜਾ ਪੜ੍ਹਾਉਣ ਵਾਲਾ ਮੌਲਾਨਾ ਹੈ, ਮੌਲਵੀ ਹੈ, ਉਹਦੇ ਕੋਲ ਜਾ ਕੇ ਬੈਠ ਗਏ। ਇਸ ਮੌਲਵੀ ਦਾ ਨਾਮ ਸਾਧ ਸੰਗਤ ਜੀ ਗਿਆਨੀ ਗਿਆਨ ਸਿੰਘ ਜੀ ਨੇ ਕੁਤਬਦੀਨ ਲਿਖਿਆ, ਕਈਆਂ ਨੇ ਸਾਧ ਸੰਗਤ ਜੀ ਨੂਰ ਖਾਨ ਵੀ ਲਿਖਿਆ, ਕਿਸੇ ਨੇ ਕੁਝ ਲਿਖਿਆ, ਪਰ ਪੜ੍ਹਾਉਣ ਵਾਲਾ ਮੌਲਵੀ ਜਿਹੜਾ ਇੱਥੇ ਕਵੀ ਜੀ ਨੇ ਆਖਿਆ ਕਿ ਉਸ ਕੁਤਬਦੀਨ ਜਿਹੜਾ ਮੌਲਵੀ ਹੈ ਉਹਦੇ ਕੋਲ ਜਾ ਕੇ ਬੈਠੇ ਤੇ ਬੜੇ ਹੀ ਪ੍ਰੇਮ ਦੇ ਨਾਲ, ਬੜੇ ਹੀ ਹਿੱਤ ਦੇ ਨਾਲ ਜਿਹੜੇ ਬਚਨ ਆ ਨਾ, ਆਰਤ ਮੰਦਾ, ਥੋੜ੍ਹੇ ਜੇ ਦੁੱਖ ਦੇ ਨਾਲ ਵੀ ਕਿ ਮੇਰਾ ਪੁੱਤਰ ਪੜ੍ਹਿਆ ਨਹੀਂ ਹੋਇਆ, ਇਸ ਪ੍ਰਕਾਰ ਪ੍ਰੇਮ ਦੇ ਸਹਿਤ ਇਹ ਜਿਹੜੇ ਦਰਦ ਵਾਲੇ ਬਚਨ ਪਿਤਾ ਮਹਿਤਾ ਕਾਲੂ ਜੀ ਨੇ ਆਖੇ। ਕਹਿਣ ਲੱਗੇ ਕਿ ਇਹ ਮੇਰਾ ਪੁੱਤਰ ਨਾਨਕ ਹੈ, ਕਹਿੰਦੇ ਮੈਂ ਇਹਨਾਂ ਨੂੰ ਪੜ੍ਹਾਉਣ ਵਾਸਤੇ ਤੁਹਾਡੇ ਕੋਲੇ ਲੈ ਕੇ ਆਇਆ ਹਾਂ। ਇਹ ਮੇਰਾ ਪੁੱਤਰ ਹੈ, ਇਹਨੂੰ ਮੌਲਵੀ ਜੀ ਤੁਸੀਂ ਪੜ੍ਹਾ ਦਿਓ, ਔਰ ਪੜ੍ਹੈ ਇਹ ਤੂਰਨ ਹੋ ਮਤ ਬੰਦਾ, ਇਹ ਜਲਦੀ ਪੜ੍ਹ ਜਾਵੇਗਾ ਕਿਉਂਕਿ ਬੁੱਧੀਮਾਨ ਬਹੁਤ ਹੈ, ਹੁਸ਼ਿਆਰ ਬੜਾ ਹੈ। ਤੇ ਤੁਹਾਡੀ ਜਿਹੜੀ ਫੀਸ ਹੈ, ਤੁਹਾਡਾ ਜਿਹੜਾ ਰੋਜ਼ੀਨਾ ਹੈ, ਤੁਸੀਂ ਰੋਜ਼ ਦਾ ਦਿਹਾੜੀ ਦਾ ਕੀ ਲਿਆ ਕਰੋਗੇ, ਮਹੀਨੇ ਦੇ ਕਿੰਨੇ ਪੈਸੇ, ਜਾਂ ਸਾਰੀ ਵਿੱਦਿਆ ਪੜ੍ਹਾਉਣ ਦਾ ਤੁਸੀਂ ਕੀ ਖਰਚ ਪੱਠਾ ਲਓਗੇ, ਉਹ ਮੈਨੂੰ ਦੱਸ ਦਿਓ। ਹਾਂ, ਇਹਨੂੰ ਆਪਣੇ ਕੋਲ ਬਿਠਾਓ, ਮੈਂ ਰੋਜ਼ਾਨਾ ਇਹਨਾਂ ਨੂੰ ਨਾਲ ਲਿਆ ਕੇ ਤੁਹਾਡੇ ਕੋਲੇ ਪੜ੍ਹਾ ਦਿਆ ਕਰਾਂਗਾ, ਤੁਹਾਡੇ ਕੋਲ ਲਿਆ ਕੇ ਬਿਠਾਇਆ ਕਰਾਂਗਾ, ਤੇ ਇਹ ਆਨੰਦ ਦੇ ਸਹਿਤ ਤੁਹਾਡੇ ਕੋਲੋਂ ਪੜ੍ਹੇਗਾ। ਉਸ ਵੇਲੇ ਮੌਲਾਨਾ ਜਿਹੜਾ ਕੁਤਬਦੀਨ ਹੈ, ਉਹਨੇ ਇਹ ਵਚਨ ਆਖੇ, ਕਹਿਣ ਲੱਗਾ ਜੀ ਠੀਕ ਆ, ਮੈਂ ਪੜ੍ਹਾ ਦਿਆਂਗਾ, ਕੱਲ ਦਾ ਦਿਨ ਠੀਕ ਹੈ, ਸ਼ੁਭ ਹੈ, ਤੁਸੀਂ ਸਵੇਰੇ ਲੈ ਆਇਓ।
ਔਰ ਮੇਰੀ ਇਹ ਮਕਤਬ ਦੇ ਵਿੱਚ, ਮੇਰੀ ਇਸ ਪਾਠਸ਼ਾਲਾ ਦੇ ਵਿੱਚ ਜਿੱਥੇ ਫਾਰਸੀ ਪੜ੍ਹਾਈ ਜਾਂਦੀ ਆ ਉਹਨੂੰ ਮਕਤਬ ਕਹਿੰਦੇ ਆ। ਕਹਿੰਦੇ ਇਹਦੇ ਵਿੱਚ ਤੁਹਾਡਾ ਪੁੱਤਰ ਆ ਕੇ ਬੈਠੇਗਾ, ਇਹਨੂੰ ਲਿਆ ਕੇ ਬਿਠਾਇਓ। ਏਤ ਸੋ ਪੜਾਉ ਨਾ ਫਿਰਾਗ ਤੁਝ ਸੰਗ ਜਾਉ ਗਾਉ। ਕਹਿੰਦੇ ਮਹਿਤਾ ਜੀ ਤੁਹਾਡੇ ਤੋਂ ਉਲਟ ਗੱਲ ਨਹੀਂ ਕਰਦਾ ਕੋਈ, ਮੈਂ ਬੜੇ ਪ੍ਰੇਮ ਦੇ ਨਾਲ ਇਹਨਾਂ ਨੂੰ ਪੜ੍ਹਾਵਾਂਗਾ। ਫਿਰ ਹੋ ਜਵਾਨ ਅਬ ਧਾਮ ਦੇ ਜਾਈਏ। ਕਿਉਂਕਿ ਮੈਂ ਦੇਖ ਰਿਹਾ ਤੁਹਾਡਾ ਪੁੱਤਰ ਬੜਾ ਹੋਸ਼ਵੰਦ ਹੈ, ਬੜਾ ਹੁਸ਼ਿਆਰ ਲੱਗਦਾ ਹੈ, ਬੜੀ ਚੰਗੀ ਮੱਤ ਵਾਲਾ ਲੱਗਦਾ ਹੈ, ਸਿਆਣਾ ਲੱਗਦਾ ਹੈ। ਤੁਸੀਂ ਕਹਿੰਦੇ ਹੁਣ ਆਪਣੇ ਘਰ ਜਾਓ, ਕੱਲ ਲੈ ਕੇ ਆਇਓ। ਕਾਲੂ ਤਬ ਗਇਓ ਰਹਿਣ ਭਈ ਖਾਨ ਪਾਨ ਪੀਓ। ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਪੁੱਤਰ ਨਾਨਕ ਨੂੰ ਨਾਲ ਲੈ ਕੇ ਘਰ ਆ ਗਏ। ਰਾਤ ਹੋਈ, ਖਾਨ ਪਾਨ ਕੀਤਾ, ਭੋਜਨ ਪ੍ਰਸ਼ਾਦਾ ਛਕਿਆ। ਹੋਰ ਸਭ ਹੋਰ ਹੋਠ ਦੇਖਿਓ ਸੁਖਦਾਈ। ਰਾਤ ਬਤੀਤ ਹੋਈ, ਸਵੇਰ ਦਾ ਵੇਲਾ ਭੋਰ ਹੋਈ ਤੇ ਉਸ ਵੇਲੇ ਉੱਠ ਕੇ ਦੇਖਿਆ ਸੁਖਦਾਈਏ ਸੁੱਖਾਂ ਦੇ ਦਾਤੇ ਗੁਰੂ ਨਾਨਕ ਜੀ ਨੂੰ। ਨਾਨਕ ਕੋ ਸੰਗ ਦੇ ਬੈਨ ਸੁਧ ਲਾਸੋ ਦੇ। ਉਸ ਵੇਲੇ ਆਪਣੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਨੂੰ ਨਾਲ ਲਿਆ ਔਰ ਬਚਨ ਕਹਿ ਕੇ ਇਹ ਦਿਲਾਸਾ ਦਿੱਤਾ। ਹਲੋ ਕਰ ਪ੍ਰੀਤ ਨੀਤ ਕਤੂ ਨਾ ਧਾਈਏ। ਕਹਿਣ ਲੱਗੇ ਪੁੱਤਰ ਹੁਣ ਟਿਕ ਕੇ ਤੁਸੀਂ ਉੱਥੇ ਪੜ੍ਹ ਲਿਓ, ਬੜੀ ਪ੍ਰੀਤੀ ਦੇ ਨਾਲ ਪ੍ਰੇਮ ਦੇ ਨਾਲ ਪੜ੍ਹਾਈ ਕਰਿਓ। ਨੀਤ ਕਤਹੂ ਨਾ ਧਾਈਏ। ਹੁਣ ਜਿਹੜਾ ਭੱਜਣਾ ਦੌੜਨਾ ਛੱਡ ਦਿਓ, ਜਿਹੜੀ ਤੁਸੀਂ ਨੀਤੀ ਫੜੀ ਹੋਈ ਹੈ, ਚਾਲੇ ਫੜੇ ਹੋਏ ਆ, ਭੱਜਦੇ ਦੌੜਦੇ ਰਹਿੰਦੇ ਹੋ ਇੱਧਰ ਉੱਧਰ, ਇਸ ਕਰਕੇ ਕਹਿੰਦੇ ਭੱਜਣਾ ਦੌੜਨਾ ਛੱਡ ਕੇ ਪ੍ਰੇਮ ਨਾਲ ਪੜ੍ਹ ਲੈਣਾ। ਮਕਤਬ ਆਏ ਏਕ ਕਾਰ ਬਿਕ ਦਿਨੋ ਕਲ। ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਨਾਨਕ ਦੇ ਸਮੇਤ ਮਕਤਬ ਦੇ ਵਿੱਚ ਆ ਗਏ, ਪਾਠਸ਼ਾਲਾ ਦੇ ਵਿੱਚ ਆ ਗਏ ਤੇ ਉੱਥੇ 1 ਰੁਪਈਆ ਜਿਹੜੀ ਭੇਟ ਆ, ਇੱਕ ਕਾਰਕਿਖ ਸਤਿਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਮੌਲਵੀ ਨੂੰ ਦਿੱਤਾ। ਕੁਝ ਕੋ ਮਠਾਈ ਬਾਣ ਪੱਟੀਆਂ ਲਖਾਏ ਹੈ। ਕੁਝ ਕੁ ਮਠਾਈ ਜਿਹੜੀ ਲੈ ਕੇ ਆਏ ਸਨ ਉਹ ਵੀ ਵੰਡ ਦਿੱਤੀ ਗਈ। ਇਸ ਤਰ੍ਹਾਂ ਫੱਟੀ ਦੇ ਦਿੱਤੀ ਲਿਖਣ ਵਾਸਤੇ, ਪੱਟੀਆਂ ਲਿਖਾਈ ਹੈ। ਮੌਲਵੀ ਨੇ ਇਹ ਪੱਟੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਲਿਖਾਈ ਫੱਟੀ। ਮੁੱਲਾ ਨੇ ਕਲਮ ਗਏ ਅਵਲ ਅਰਬ ਲਿਖ। ਮੁੱਲਾ ਜੀ ਨੇ, ਮੌਲਵੀ ਜੀ ਨੇ ਉਸ ਵੇਲੇ ਹੱਥ ਵਿੱਚ ਕਲਮ ਫੜ ਕੇ ਸਾਧ ਸੰਗਤ ਜਿਹੜਾ ਇਹ ਪਹਿਲਾ ਅੱਖਰ ਅਲਫ ਲਿਖ ਦਿੱਤਾ। ਬਹੁਰ ਸਹਲ ਪੀ ਸੋ ਸਭ ਹੀ ਪੜਾਈਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਲਿਆ। ਅਲਫ ਤੋਂ ਬਾਅਦ ਬਾਕੀ ਦੇ ਜਿਹੜੇ ਅੱਖਰ ਹੈ ਉਹ ਵੀ ਸਾਧ ਸੰਗਤ ਸਾਰੇ ਇੱਕ ਇੱਕ ਕਰਕੇ, ਸਾਰੀ ਜਿੰਨੀ ਸਿਹਰਫੀ ਸੀ, ਜਿੰਨੀ ਵਰਣਮਾਲਾ ਫਾਰਸੀ ਦੀ, ਉਹ ਸਾਰੀ ਪੜ੍ਹਾਈ ਹੈ। ਮੁੱਲਾ ਕੇ ਕਹਿਣ ਮੈਂ ਦੇਰ ਕਛ ਲਗੈ ਮਨੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇੰਨੀ ਤੇਜ਼ੀ ਦੇ ਨਾਲ ਸਿੱਖਦੇ ਜਾ ਰਹੇ ਹੈ ਕਿ ਮੁੱਲਾਂ ਦੇ ਕਹਿਣ ਦੇ ਵਿੱਚ ਤਾਂ ਕਹਿੰਦੇ ਮਾਨੋ ਦੇਰ ਲੱਗਦੀ ਹੈ, ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ। ਪਰ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਦੇਰੀ ਨਹੀਂ। ਮੁੱਲਾਂ ਹਲੇ ਬਾਅਦ ਵਿੱਚ ਕਹਿੰਦਾ, ਸਤਿਗੁਰੂ ਜੀ ਪਹਿਲਾਂ ਹੀ ਕਹਿ ਦਿੰਦੇ ਹਨ। ਭਾਇਓ ਬੇਸਮਾਦ ਹੈ ਪੜਿਓ ਕਹੂੰ ਆਦ ਮੋਤੇ। ਮੌਲਾਨਾ ਮੁੱਲਾ ਕੁਤਬਦੀਨ ਬੜਾ ਹੈਰਾਨ ਹੋਇਆ ਵੀ ਇਹ ਤਾਂ ਬੜੀ ਔਖੀ ਪੜ੍ਹਾਈ ਹੈ, ਇਹ ਕਿਵੇਂ ਇੰਨਾ ਛੇਤੀ ਪੜ੍ਹੀ ਜਾ ਰਹੇ ਹੈ। ਸੋਚਦਾ ਮਨ ਦੇ ਵਿੱਚ ਕਿ ਲੱਗਦਾ ਹੈ ਵੀ ਮੇਰੇ ਤੋਂ ਪਹਿਲਾਂ ਕਿਤੇ ਹੋਰ ਪੜ੍ਹੇ ਹਨ। ਮੋਹ ਸੇ ਸਬਕ ਪੜ੍ਹੇ ਜਾਣੇ ਹੂੰ ਨਾ ਜਾਈ ਹੈ। ਕਹਿੰਦੇ ਮੇਰੇ ਤੋਂ ਕੋਈ ਸਬਕ ਪੜ੍ਹੇ ਇਹ ਨਹੀਂ ਜਾਣਿਆ ਜਾਂਦਾ, ਮੈਂ ਨਹੀਂ ਇਹਨਾਂ ਨੂੰ ਪੜ੍ਹਾ ਸਕਦਾ। ਮੁਸ਼ਕਲ ਫਾਰਸੀ ਆਸਾਨ ਪੜ੍ਹੇ ਤਾਤ ਕਾਲ। ਫਾਰਸੀ ਭਾਸ਼ਾ ਜਿਹੜੀ ਇੰਨੀ ਮੁਸ਼ਕਲ ਹੈ, ਇਹ ਤਤਕਾਲ ਹੀ ਬੜੇ ਸ਼ੀਘਰ, ਬੜੇ ਜਲਦੀ, ਬੜੀ ਆਸਾਨੀ ਨਾਲ ਪੜ੍ਹ ਰਹੇ ਹਨ। ਬਾਲਕ ਕੀ ਵੈਸ ਬੁੱਧ ਬਿਰਧ ਹੂੰ ਕੀ ਦੇਖੀਏ। ਉਮਰ ਜਿਹੜੀ ਇਹਨਾਂ ਦੀ ਬਾਲਕਾਂ ਵਾਲੀ ਹੈ, ਸਰੀਰ ਇਹਨਾਂ ਦਾ ਬੱਚਿਆਂ ਵਾਲਾ ਹੈ, ਪਰ ਉਮਰ ਸਿਆਣਿਆਂ ਬਜ਼ੁਰਗਾਂ, ਜਿਹੜੀ ਬੁੱਧੀ ਇਹਨਾਂ ਦੀ ਆ ਉਹ ਸਿਆਣਿਆਂ ਬਜ਼ੁਰਗਾਂ ਵਰਗੀ ਹੈ। ਇਸ ਤਰ੍ਹਾਂ ਜੇਰ ਤੇ ਜਬਰ, ਸਿਹਾਰੀ, ਇਸੇ ਤਰ੍ਹਾਂ ਕੰਨਾ ਅਤੇ ਜਿਹੜੇ ਅਰਥ ਹਨ ਦਬਤਰ ਦੇਖਾ ਜਮਾ ਖਰਚ ਬਸੇਕੀਏ। ਸੋ ਸਿਹਾਰੀ, ਕੰਨਾ ਔਰ ਕਿਤਾਬਾਂ ਦੇ ਜਿਹੜੇ ਮਾਇਨੇ ਅਰਥ ਹਨ, ਤੇ ਇਸੇ ਤਰ੍ਹਾਂ ਦਫ਼ਤਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਜਿਹੜਾ ਲੇਖਾ ਜੋਖਾ, ਸੋ ਖਰਚ ਹਾਨੀ ਜੋ ਵੀ ਹੈ ਹਿਸਾਬ ਕਿਤਾਬ, ਜਿਹੜੇ ਸਾਰੇ ਬਹੁਤ ਵੱਡੇ ਜਾਣੇ ਜਾਂਦੇ ਹਨ। ਔਖੀ ਪੜ੍ਹਾਈ ਗਿਣੀ ਜਾਂਦੀ ਹੈ। 10 ਸਾਲ ਭੇਦ ਸਾਲ ਬਾਅਦ ਪੈਸੇ ਜੋ। ਕਹਿਣ ਲੱਗਾ ਵੀ 10-10 ਸਾਲਾਂ ਦੇ ਜਿਹੜੇ ਵੱਡੀ ਉਮਰ ਦੇ ਬਾਲਕ ਇੱਥੇ ਬੈਠੇ ਹਨ ਪੜ੍ਹਦੇ। ਭਲੇ ਨਾ
ਸਮਾਨ ਐਸਾ ਕੋ ਆਵਰੇ ਕੀਏ। ਪਰ ਇਸ ਬੱਚੇ ਵਾਂਗ ਇਸ ਨਾਨਕ ਵਾਂਗ ਤਾਂ ਕੋਈ ਵੀ ਨਹੀਂ ਪੜ੍ਹਦਾ ਦੇਖਿਆ ਜਾਂਦਾ। ਮਾਨਵ ਕੋ ਕਾਮਨੈ ਔਲੀਏ ਅਵਤਾਰ ਕੋ। ਇਹਨੇ ਸੋਚਿਆ ਵੀ ਇਹ ਮਨੁੱਖ ਦਾ ਕੰਮ ਤਾਂ ਨਹੀਂ ਹੈ, ਇਹ ਜ਼ਰੂਰ ਕੋਈ ਔਲੀਏ ਅਵਤਾਰ ਹਨ। ਲੱਖ ਸੋ ਅਲੱਖ ਜਾਂਗੇ ਲੇਖ ਹੈ ਅਰੇਕੀ। ਹਾਂ, ਜਿਹੜੇ ਲਖਣੇ ਤੋਂ ਅਲੱਖ ਹੈ, ਜਾਣੇ ਨਹੀਂ ਜਾ ਸਕਦੇ, ਔਰ ਜਾਂ ਕੇ ਲੇਖ ਹੈ ਅਲੇਖੀਏ, ਜਿਨ੍ਹਾਂ ਦੇ ਲੇਖ ਅਲੇਖ ਹਨ, ਲੇਖੇ ਵਿੱਚ ਨਹੀਂ ਹਨ। ਸਿਵਤ ਪ੍ਰਕਾਸ਼ ਭਾਈ ਕਾਲੂ ਸੁਧ ਬੁੱਧ ਰਾਸ। ਕਾਲੂ ਜੀ ਦੇ ਪੁੱਤਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਸੁੰਦਰ ਚਤੁਰ ਬੁੱਧੀ ਦੇਖ ਕੇ ਇਹਨੇ ਸਿਫਤ ਕੀਤੀ, ਤੇ ਇਹ ਸਿਫਤ ਜਿਹੜੀ ਹੈ ਸ਼ਲਾਘਾ ਸਾਰੇ ਫੈਲ ਗਈ ਪਾਰਸੀ ਇਲਮ ਜੋ ਪਠਨ ਸਿੱਖਿਓ ਬੇਦਹੀ। ਕਿ ਕਿਵੇਂ ਇਹਨਾਂ ਨੇ ਤੀਖਣ ਬੁੱਧੀ ਦੇ ਨਾਲ ਫਾਰਸੀ ਦਾ ਇਲਮ, ਫਾਰਸੀ ਦਾ ਗਿਆਨ ਬੜਾ ਛੇਤੀ ਸਿੱਖ ਲਿਆ ਹੈ। ਆਏ ਮੁਖ ਦੇਖਾ ਕਰ ਇਲਮ ਪਰੇਖੈ ਨਰ। ਹੋਰ ਵੀ ਬਹੁਤ ਸਾਰੇ ਸਿਆਣੇ ਸਿਆਣੇ ਲੋਕ ਆਉਂਦੇ ਆ ਕੇ ਨਾਲੇ ਤਾਂ ਸਤਿਗੁਰੂ ਜੀ ਦਾ ਮੁਖ ਦੇਖਦੇ ਆ, ਇਹਨਾਂ ਦੇ ਦਰਸ਼ਨ ਕਰਦੇ ਆ, ਇਲਮ ਪ੍ਰੀਖਿਆ ਨਰ, ਨਾਲੇ ਇਹਨਾਂ ਦੇ ਇਲਮ ਦੀ, ਇਹਨਾਂ ਦੇ ਗਿਆਨ ਦੀ ਪਰਖ ਕਰਦੇ ਹਨ। ਸੁਣ ਸੁਣ ਕੇ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਬੜੇ ਅਚਰਜ ਹੁੰਦੇ, ਹੈਰਾਨ ਹੁੰਦੇ ਹਨ ਲੋਕ। ਸਾਰੇ ਮਿਲ ਮਿਲ ਕੇ ਆਪਸ ਦੇ ਵਿੱਚ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਕਰਦੇ ਹਨ। ਦੋਵੇਂ ਚੀਜ਼ਾਂ ਦੇਖਦੇ ਆ, ਇੱਕ ਤਾਂ ਦੇਖਦੇ ਆ ਇਹਨਾਂ ਦੀ ਉਮਰ ਛੋਟੀ ਹੈ, ਤੇ ਦੂਜੇ ਪਾਸੇ ਦੇਖਦੇ ਆ ਕਿ ਇਹਨਾਂ ਦੀ ਬੁੱਧੀ ਬੜੀ ਤੀਖਣ ਹੈ। ਸਤਿਗੁਰੂ ਜੀ ਦੇ ਮਿੱਠੇ ਬੋਲ ਸੁਣ ਕੇ, ਮਿੱਠੇ ਬਚਨ ਸੁਣ ਕੇ ਕੀ ਹਿੰਦੂ ਤੇ ਕੀ ਤੁਰਕ ਸਾਰੇ ਹੀ ਸਾਰੇ ਹੀ ਹਿਰਦੇ ਦੇ ਵਿੱਚ ਪ੍ਰੀਤੀ ਕਰਦੇ ਆ, ਪ੍ਰੇਮ ਕਰਦੇ ਆ, ਔਰ ਨਾ ਬਦੇਗ ਹੀ ਆਪਣੇ ਹਿਰਦਿਆਂ ਦੇ ਵਿੱਚ ਕੋਈ ਦੁੱਖ ਨਹੀਂ ਮਨਾਉਂਦੇ, ਸਗੋਂ ਖੁਸ਼ ਹੁੰਦੇ ਆ ਕਿ ਮਹਿਤਾ ਕਾਲੂ ਜੀ ਦਾ ਪੁੱਤਰ ਨਾਨਕ ਕਿੰਨਾ ਬੁੱਧੀਵਾਨ ਹੈ, ਕਿੰਨਾ ਵਧੀਆ ਪੜ੍ਹਦਾ, ਕਿੰਨੇ ਸੋਹਣੇ ਬਚਨ ਕਰਦਾ। ਨਹੀਂ ਤਾਂ ਆਮ ਦੁਨੀਆ ਦੇ ਲੋਕ ਕਿਸੇ ਦਾ ਪੁੱਤ ਚੰਗਾ ਸਮਝਦਾਰ ਹੋਵੇ ਨਾ, ਉਹਨੂੰ ਦੇਖ ਕੇ ਖੁਸ਼ ਨਹੀਂ ਹੁੰਦੇ, ਦੁਖੀ ਹੁੰਦੇ ਆ। ਪਰ ਇੱਥੇ ਕਵੀ ਜੀ ਕਹਿੰਦੇ ਉਹ ਸਾਰੇ ਦੇਖ ਦੇਖ ਕੇ ਨਾ ਖੁਸ਼ ਪ੍ਰਸੰਨ ਹੁੰਦੇ ਆ, ਦੁਖੀ ਨਹੀਂ ਹੁੰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਮਲ ਅਤੇ ਮਿੱਠੇ ਬੋਲ ਆਪਣੇ ਮੁਖਾਰਬਿੰਦ ਵਿੱਚੋਂ ਬੋਲਦੇ ਹਨ। ਜਿਵੇਂ ਕੋਈ ਰਿਖੀ ਮੁਨੀ ਸਾਧ ਸੰਗਤ ਜੀ ਆਪਣੇ ਚੇਲਿਆਂ ਨੂੰ, ਆਪਣੇ ਸ਼ਿਸ਼ਾਂ ਨੂੰ ਉਪਦੇਸ਼ ਦਿੰਦਾ ਹੈ। ਫਾਰਸੀ ਭਾਸ਼ਾ ਜਿਹੜੀ ਸਾਧ ਸੰਗਤ ਜੀ ਵਾਹਿਗੁਰੂ ਖੁਦਾ ਦੇ ਭਜਨ ਦੇ ਸੰਗ ਮਿਲੀ ਹੋਈ ਹੈ। ਔਰ ਗੰਗਾ ਵਰਗੀ ਪਵਿੱਤਰ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਸੋਹਣੇ ਸ਼ਬਦ ਜਿਹੜੇ ਸਾਧ ਸੰਗਤ ਜੀ ਕਲਮਲ ਖਾਪਣੇ ਪਾਪਾਂ ਨੂੰ ਖਤਮ ਕਰਨ ਵਾਲੇ, ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ, ਉਚਾਰਦੇ ਹਨ। ਜਿਵੇਂ ਕੋਈ ਪੰਡਤ, ਕੋਈ ਵਿਦਵਾਨ ਪੁਰਸ਼ ਹੁੰਦਾ ਨਾ, ਵਕਤਾ ਹੁੰਦਾ, ਬੋਲਣ ਵਾਲਾ ਬੁਲਾਰਾ ਹੁੰਦਾ, ਅਚੂਕ ਵਾਕ ਪ੍ਰੇਮ ਮੈਂ, ਉਹ ਅਚੂਕ ਵਾਕ ਕਰਦਾ, ਅਭੁੱਲ ਵਾਕ ਕਰਦਾ, ਬੋਲਦਾ ਹੋਇਆ ਭੁੱਲਦਾ ਨਹੀਂ ਕੁਝ ਵੀ। ਇਸ ਪ੍ਰਕਾਰ ਸਤਿਗੁਰੂ ਜੀ ਪ੍ਰੇਮਮਈ ਵਚਨ ਕਰਦੇ ਹਨ। ਜਿਹੜੇ ਵਚਨ ਬੜੇ ਸੁੰਦਰ ਹੈ, ਸੁਖਦ ਕਹੀਏ ਸੁਖ ਦੇਣ ਵਾਲੇ ਹੈ, ਔਰ ਜੋਗ ਨਰ ਜਾਪਨੇ ਜਿਹੜੇ ਮਨੁੱਖਾਂ ਦੇ ਜਪਣੇ ਦੇ ਯੋਗ ਹਨ। ਸਾਰੇ ਬੜਾ ਹਿੱਤ ਲਾ ਕੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਬਚਨ ਸੁਣਦੇ ਆ, ਔਰ ਆਪੋ ਆਪਣੇ ਘਰੀ ਜਾ ਕੇ ਸਤਿਗੁਰੂ ਜੀ ਦੀ ਨੁੱਤ ਕਹੀ ਉਸਤਤ ਕਰਦੇ ਹਨ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਜੀ ਤਾਂ ਬੜੇ ਕਲਾਵਾਨ ਹਨ, ਬੜੇ ਸਮਰੱਥਾਵਾਨ, ਸ਼ਕਤੀਵਾਨ, ਕਲਯੁਗ ਦੇ ਵਿੱਚ ਕੀਰਤੀ ਨੂੰ, ਵਾਹਿਗੁਰੂ ਦੀ ਕੀਰਤੀ ਨੂੰ ਕਰਨ ਵਾਸਤੇ, ਕੀਰਤੀ ਨੂੰ ਥਾਪਣ ਵਾਸਤੇ, ਸਥਾਪਨ ਕਰਨ ਵਾਸਤੇ ਆਏ ਹਨ। ਔਰ ਕਲ ਕੀਰਤ ਸੋ ਥਾਪਣੇ, ਜਿਨ੍ਹਾਂ ਦੀ ਕਲਯੁਗ ਦੇ ਵਿੱਚ ਕੀਰਤੀ ਹੋ ਰਹੀ ਹੈ, ਮਹਿਮਾ ਹੋ ਰਹੀ ਹੈ। ਸੋ ਏਦਾਂ ਲੋਕ ਆਪੋ ਆਪਣੇ ਘਰਾਂ ਦੇ ਕੰਮਕਾਰ ਛੱਡ ਕੇ ਉੱਥੇ ਸਤਿਗੁਰੂ ਜੀ ਦੇ ਕੋਲ ਜਾਂਦੇ ਹਨ ਜਿੱਥੇ ਪੜ੍ਹਦੇ ਨੇ।
ਦੀ ਕੀ ਸਤਿਗੁਰੂ ਜੀ ਦੀ ਸੋਹਣੀ ਸੁੰਦਰ ਮੂਰਤ, ਸਤਿਗੁਰੂ ਜੀ ਦੇ ਸੁੰਦਰ ਸਰੀਰ ਦੇ ਦਰਸ਼ਨ ਕਰਦੇ ਆ ਜਿਹੜੀ ਜੀ ਨੂੰ ਭਾਉਂਦੀ ਹੈ। ਸਤਿਗੁਰੂ ਜੀ ਦੀ ਸੁੰਦਰ ਸੂਰਤ, ਸਤਿਗੁਰੂ ਜੀ ਦੀ ਸੁੰਦਰ ਮੂਰਤ ਜਿਹੜੀ ਦਿਲਾਂ ਨੂੰ ਚੰਗੀ ਲੱਗਦੀ ਹੈ। ਬੂਝੇ ਬੈਨ ਸਦੇ ਉਠਾਏ ਔਰ ਬੜਾ ਜਿਹੜੇ ਸ਼ੰਕੇ ਵਾਲੇ ਬਚਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪੁੱਛਦੇ ਹਨ। ਸੁਨੈ ਤਤ ਕਾਲ ਕਰੇ ਮੁਖ ਦੀ ਕੀ ਔਰ ਐਸੇ ਬਚਨ ਸਤਿਗੁਰੂ ਜੀ ਤੋਂ ਸੁਣਦੇ ਆ ਜਿਹੜੇ ਸ਼ੰਕਾ ਰਹਿਤ ਭ੍ਰਾਂਤੀ ਰਹਿਤ ਇਹਨਾਂ ਨੂੰ ਕਰ ਦਿੰਦੇ ਆ, ਤਤਕਾਲ ਹੀ ਸੁਣਦੇ ਆ ਸਤਿਗੁਰੂ ਜੀ ਦੇ ਮੁਖ ਤੋਂ ਜਿਹੜੀ ਨੀਕੀ ਸੁੰਦਰ ਬਾਣੀ ਨਿਕਲਦੀ ਹੈ। ਅਵਤਾਰ ਲਗਿਓ ਬਹੁ ਲੋਕਨ ਬਹੁਤ ਲੋਕਾਂ ਨੇ ਇਹ ਜਾਣ ਲਿਆ ਕਿ ਇਹ ਤਾਂ ਕੋਈ ਅਵਤਾਰ ਹਨ। ਬ੍ਰਿਧਪਤੀ ਸ਼ਰਦਾ ਸਦੋਹੀ ਕੀ ਇਸ ਤਰ੍ਹਾਂ ਇਹਨਾਂ ਦੀ ਬਹੁਤੀ ਤੋਂ ਬਹੁਤੀ ਸ਼ਰਧਾ ਜਿਹੜੀ ਹੈ ਸਾਰੇ ਲੋਕਾਂ ਦੀ ਸ਼ੁੱਧ ਸ਼ਰਧਾ ਮਨ ਵਿੱਚ ਵੱਧ ਗਈ। ਬੋਲਤ ਬੋਲ ਅਮੋਲ ਅਤੋਲ ਸਤਿਗੁਰੂ ਜੀ ਜਿਹੜੇ ਬੋਲਦੇ ਆ ਸਾਰੇ ਸਮਝਦੇ ਆ ਵੀ ਇਹ ਬੜੇ ਅਮੋਲਕ ਹੈ, ਬੜੇ ਅਤੋਲ ਹੈ, ਇਹਨਾਂ ਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ ਵੀ ਕਿੰਨੇ ਕੁ ਕੀਮਤੀ ਹਨ। ਅਡੋਲਮਤੀ ਅਹਰਨ ਬਲੀ ਕੀ ਔਰ ਇਹਨਾਂ ਦੀ ਮੱਤ, ਇਹਨਾਂ ਦੀ ਬੁੱਧੀ ਜਿਹੜੀ ਬੜੀ ਅਡੋਲ ਹੈ। ਜਿਵੇਂ ਕੋਈ ਬਲਵਾਨ ਐਰਨ ਹੁੰਦੀ ਆ ਨਾ, ਉਹਨੂੰ ਛੇਤੀ ਕਿਤੇ ਹਿਲਾਇਆ ਨਹੀਂ ਜਾ ਸਕਦਾ। ਉਹਦੇ ਉੱਤੇ ਐਰਨ ਦੇ ਉੱਤੇ ਰੱਖ ਕੇ ਸਾਧ ਸੰਗਤ ਜੀ ਜਿਵੇਂ ਲੋਹੇ ਨੂੰ ਕੁੱਟਿਆ ਜਾਂਦਾ, ਬੜੀ ਬਲਵਾਨ ਹੁੰਦੀ ਹੈ। ਇਵੇਂ ਸਤਿਗੁਰੂ ਜੀ ਦੀ ਮੱਤ ਵੀ ਬੜੀ ਬਲਵਾਨ, ਬੜੀ ਅਡੋਲ ਹੈ। ਲਗਨ ਲਗੇ ਜਬ ਨਰ ਕਲਾ ਜਦੋਂ ਸਾਰੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਲਾ ਨੂੰ, ਸ਼ਕਤੀ ਨੂੰ ਜਾਣਨ ਲੱਗੇ, ਬਹੁ ਸੁਭਾਵ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਕੌਤਕ ਵਰਤਾਇਆ, ਆਪਣਾ ਸੁਭਾਅ ਫੇਰ ਲਿਆ, ਆਪਣਾ ਸੁਭਾਅ ਹੋਰ ਤਰ੍ਹਾਂ ਦਾ ਬਣਾ ਲਿਆ। ਕੀ ਕੀਤਾ ਸਤਿਗੁਰੂ ਜੀ ਨੇ, ਕੀ ਵਰਤਾਰਾ ਵਰਤਾਇਆ? ਇੱਕ ਅਣਜਾਣ ਬਾਲਕ ਜਿਹੇ ਬਣ ਗਏ ਤੇ ਆਪਣੇ ਆਪ ਨੂੰ ਛੁਪਾ ਲਿਆ ਦੁਨੀਆ ਤੋਂ। ਨਗਰ ਤੋਂ ਬਾਹਰ ਜਾਂਦੇ ਆ ਦਰਖਤਾਂ ਦੇ ਹੇਠਾਂ, ਸਰੀਰ ਦੇ ਉੱਤੇ ਚਾਦਰ ਤਾਣ ਲੈਂਦੇ ਆ ਤੇ ਉੱਥੇ ਹੀ ਪਏ ਰਹਿੰਦੇ ਹਨ। ਕੋਈ ਵੀ ਮਨੁੱਖ ਆ ਕੇ ਇਹਨਾਂ ਨੂੰ ਬੁਲਾਉਂਦਾ, ਕਿਸੇ ਨਾਲ ਬੋਲਦੇ ਨਹੀਂ, ਚੁੱਪ ਰਹਿੰਦੇ ਹਨ ਔਰ ਆਪਣੇ ਆਪ ਤੋਂ ਬੇਖੁਦ ਹੋ ਕੇ, ਬੇਸੁੱਧ ਹੋ ਕੇ ਅੰਤਰ ਧਿਆਨ ਰਹਿੰਦੇ ਹਨ। ਕਦੇ ਘਰੇ ਆ ਕੇ ਪੈ ਜਾਂਦੇ ਹਨ, ਮਾਤਾ ਉਠਾਉਂਦੀ ਹੈ, ਫਿਰ ਵੀ ਉੱਠਦੇ ਨਹੀਂ, ਚੁੱਪ ਕਰੇ ਰਹਿੰਦੇ ਹਨ। ਇਉਂ ਇੱਕ ਇੱਕ ਜਗ੍ਹਾ ਦੇ ਉੱਤੇ ਪਿਆ ਨੂੰ ਕਈ ਵਾਰ 2-2 ਦਿਨ ਬੀਤ ਜਾਂਦੇ ਹਨ। ਦੇਖ ਦੇਖ ਕੇ ਲੋਕ ਇਸ ਤਰ੍ਹਾਂ ਕਹਿਣ ਲੱਗ ਪਏ, ਕਹਿੰਦੇ ਭਾਈ ਮਹਿਤਾ ਕਾਲੂ ਜੀ ਦਾ ਪੁੱਤਰ ਇਹ ਬੜਾ ਮੱਤਵਾਨ ਸੀ, ਬੜਾ ਬੁੱਧੀਮਾਨ ਸੀ, ਬੜਾ ਵਿਦਵਾਨ ਸੀ, ਬੜਾ ਇਹਨੂੰ ਦਿਵ ਗਿਆਨ ਸੀ, ਦਿਵ ਦ੍ਰਿਸ਼ਟੀ ਵਾਲਾ ਸੀ। ਕਹਿੰਦੇ ਅਣਜਾਣ ਜਾਂ ਕਿਵੇਂ ਬਣ ਗਿਆ, ਕਮਲਾ ਜਾਂ ਕਿਵੇਂ ਹੋ ਗਿਆ, ਕਿਹੜਾ ਕਾਰਨ ਬਣਿਆ? ਬੇਸੁੱਧ ਰਹਿੰਦਾ ਆਪਣੇ ਆਪ ਤੋਂ, ਚਿੱਤ ਇਹਦਾ ਉਦਾਸ ਰਹਿੰਦਾ ਹੈ ਕੁਝ। ਕਹਿੰਦੇ ਇਉਂ ਲੱਗਦਾ ਹੈ ਵੀ ਇਹਨਾਂ ਨੂੰ ਕੋਈ ਪ੍ਰੇਤ ਚਿੰਬੜ ਗਿਆ, ਕਿਸੇ ਪ੍ਰੇਤ ਦੀ ਛਾਇਆ ਹੋ ਗਈ ਹੈ। ਦੇਖੋ ਕਹਿੰਦੇ ਇਹਨਾਂ ਦੀ ਦਸ਼ਾ, ਇਹਨਾਂ ਦੀ ਹਾਲਤ ਕੀ ਹੋਈ ਹੈ, ਬੜੇ ਮਦਮਸਤ ਜੇ ਹੋ ਗਏ ਐ, ਬੜੇ ਮਤਵਾਲੇ ਜੇ ਹੋ ਗਏ ਹਨ। ਨਾ ਤਾਂ ਇਹਨਾਂ ਨੂੰ ਆਪਣੀ ਦੇਹ ਹੀ ਦੀ ਸੁੱਧੀ ਹੈ, ਆਪਣੇ ਸਰੀਰ ਦਾ ਕੋਈ ਖਿਆਲ ਹੈ, ਨਾ ਘਰ ਬਾਹਰ ਦਾ ਹੀ ਕੋਈ ਖਿਆਲ ਹੈ, ਨਾ ਕੋਈ ਬੋਲਦੇ ਆ ਤੇ ਨਾ ਹੀ ਨੈਣ ਉਘਾੜਦੇ, ਅੱਖਾਂ ਖੋਲਦੇ ਹਨ। ਦੇਖ ਦੇਖ ਕੇ ਸਾਰੇ ਕਹਿੰਦੇ ਆ ਵੀ ਕੋਈ ਭੇਦ ਨਹੀਂ ਜਾਣਿਆ ਜਾਂਦਾ। ਇੱਧਰ ਪਿਤਾ ਮਹਿਤਾ ਕਾਲੂ ਨੇ ਜਦੋਂ ਆਪਣੇ ਪੁੱਤਰ ਦੀ ਆਹ ਹਾਲਤ ਦੇਖੀ, ਇਹਨਾਂ ਦੇ ਮਨ ਵਿੱਚ ਬਹੁਤ ਫਿਕਰ ਵੱਧ ਗਿਆ ਤੇ ਸਾਧ ਸੰਗਤ ਇਹਨੇ ਬਹੁਤ ਵਿਸ਼ੇਸ਼ ਕਰਕੇ ਉਪਾਅ ਕੀਤੇ, ਵੱਡੇ ਉਪਰਾਲੇ ਕੀਤੇ, ਜਿਸ ਤਰ੍ਹਾਂ ਦਾ ਜਿਸ ਕਿਸੇ ਨੇ ਦੱਸਿਆ। ਜਦੋਂ ਸਾਧ ਸੰਗਤ ਕੋਈ ਉਪਾਅ ਕਾਰਗਰ ਸਿੱਧ ਨਾ ਹੋਇਆ, ਕੋਈ ਯਤਨ, ਕੋਈ ਹੀਲਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਠੀਕ ਨਾ ਕਰ ਸਕਿਆ,
ਫਿਰ ਇਹ ਮੁਲਾਣੇ ਦੇ ਕੋਲ ਗਿਆ ਜਿਸ ਕੋਲ ਸਤਿਗੁਰੂ ਨੇ ਫਾਰਸੀ ਪੜ੍ਹੀ ਸੀ। ਪਿਤਾ ਇਹਨਾਂ ਦਾ ਮਹਿਤਾ ਕਾਲੂ ਜੀ। ਨਾਨਕ ਕੋ ਬਰਤਾਂਤ ਸੁਨਾਇਆ। ਜਾ ਕੇ ਪਿਤਾ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਸਾਰਾ ਵਰਤਾਂਤ ਹਾਲ ਚਾਲ ਦੱਸਿਆ। ਹੋਸ਼ ਪਈ ਪਰਮੋਸ ਸਭੈ ਤੇ। ਕਹਿਣ ਲੱਗਾ, ਮੌਲਵੀ ਸਾਹਿਬ, ਮੇਰੇ ਪੁੱਤਰ ਨਾਨਕ ਦੀ ਜਿਹੜੀ ਹੋਸ਼ ਸੀ ਨਾ ਉਹ ਫਰਮੋਸ਼ ਪਈ। ਕਹਿੰਦੇ ਹੋਸ਼ ਚਲੇ ਗਈ ਹੈ, ਉਹ ਤਾਂ ਬੇਸੁੱਧ ਹੋ ਗਏ ਹਨ। ਤੇ ਗੋਬਿੰਦ ਪਾਰਸੀ ਤੋਏ ਪੜਾਇਆ। ਕਹਿੰਦੇ ਤੂੰ ਉਹਨਾਂ ਨੂੰ ਕਿਹੋ ਜੀ ਫਾਰਸੀ ਪੜ੍ਹਾਈ ਹੈ? ਉਹ ਆਪਣੀ ਹੋਸ਼ ਖੋ ਚੁੱਕੇ ਹਨ, ਹੋਸ਼ੋ ਹਵਾਸ ਖੋ ਚੁੱਕੇ ਹਨ। ਆਪ ਚਲੇ ਸੁਧ ਲਈ ਦੀਜੀਏ ਹੇਰ ਕੈ। ਕਹਿਣ ਲੱਗੇ, ਮੌਲਵੀ ਜੀ ਤੁਸੀਂ ਮੇਰੇ ਨਾਲ ਚੱਲੋ ਤੇ ਆਪ ਖਬਰਸਾਰ ਲਓ ਉਹਨਾਂ ਨੂੰ ਦੇਖ ਕੇ। ਜੀਵਨ ਕੋ ਕੇ ਪਰੀ ਤੇ ਛਾਇਆ। ਤੇ ਕਹਿੰਦੇ ਇਹ ਭੇਦ ਜਾਣੋ ਵੀ ਉਹਨਾਂ ਨੂੰ ਕੀ ਕੋਈ ਪਰਾਈ ਛਾਇਆ ਹੋ ਗਈ ਹੈ, ਕੋਈ ਭੂਤ ਪ੍ਰੇਤ ਚਿੰਬੜਿਆ ਹੈ। ਕਾਲੂ ਕੇ ਸੰਗ ਮੁਲਾਣਾ ਗਇਓ ਜੈ। ਉਸ ਵੇਲੇ ਸਾਧ ਸੰਗਤ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਮੁਲਾਣਾ ਜੀ ਆ ਗਏ ਉੱਥੇ। ਨਾਨਕ ਜੀ ਤਰ ਪੌੜ ਰਹੈ। ਜੈ ਨਾਨਕ ਜੀ ਧਰ ਪੌੜ ਰਹੇ, ਜਿੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਦੇ ਉੱਤੇ ਹੀ ਬਿਰਾਜੇ ਹੋਏ ਹਨ। ਮਾਨਸ ਬਿਆਨ ਸਰੀਰ ਕੇ ਉੱਪਰ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਤੇ ਚਾਦਰ ਤਾਣੀ ਹੋਈ ਹੈ। ਦੇਵ ਮਹੀ ਅਵਨੀ ਪੈ ਰਹੈ। ਔਰ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਬੇਗਮ ਹੀ ਬੇਸੁੱਧ ਹੀ ਬਿਨਾਂ ਕਿਸੇ ਗਮ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਧਰਤੀ ਦੇ ਉੱਤੇ ਪਏ ਹੋਏ ਹਨ। ਮਾਨਵ ਗਿਆਨ ਭਏ ਇਕੱਠੇ ਬਹੁ। ਹੋਰ ਵੀ ਬਹੁਤ ਸਾਰੇ ਲੋਕ ਆ ਕੇ ਇਕੱਠੇ ਹੋ ਗਏ। ਬੈਨ ਸੁਨੈ ਸੁਰਤ ਐਸੀ ਚਹੈ। ਸਾਰੇ ਸਤਿਗੁਰੂ ਜੀ ਦੇ ਵਚਨ ਸੁਣਨਾ ਚਾਹੁੰਦੇ ਆ, ਐਸਾ ਚਾਹੁੰਦੇ ਆ ਮਨ ਦੇ ਵਿੱਚ ਵੀ ਜਿਹੜਾ ਭੂਤ ਪ੍ਰੇਤ ਇਹਨਾਂ ਵਿੱਚੋਂ ਬੋਲੇਗਾ ਉਹ ਬੋਲ ਸੁਣਨਾ ਚਾਹੁੰਦੇ ਹਨ। ਤੇਰੇ ਹੈਰਾਨ ਸੁਮੰਤ ਬੈ ਮਨ। ਉਸ ਵੇਲੇ ਬੜੇ ਹੈਰਾਨ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਹਾਲਤ ਦੇਖ ਕੇ ਹੋਏ ਹੈਰਾਨ ਸੋ ਆਪ ਕਹੈ। ਸਾਰੇ ਬੜੇ ਹੈਰਾਨ ਹੋ ਕੇ ਇਹ ਗੱਲ ਕਹਿੰਦੇ ਹਨ। ਪਵਿੱਤ ਜਾਇ ਕੈ ਮੁਲਾਨੇ ਨੇ ਦੁਆਏ ਕਰੀ। ਜਾ ਕਰਕੇ ਇਸ ਮੌਲਾਨਾ ਨੇ, ਇਸ ਮੌਲਵੀ ਨੇ ਸਤਿਗੁਰੂ ਜੀ ਕੋਲ ਅਰਦਾਸ ਬੇਨਤੀ ਕੀਤੀ। ਬੈਸ ਜਗ ਤੁਮ ਪਰਮੇ ਸੋ ਪਰਵਤਗਾਰ ਕੀ। ਕੋਲੇ ਬੈਠ ਕੇ ਸਤਿਗੁਰੂ ਜੀ ਦੇ ਨੇ ਬੇਨਤੀ ਕੀਤੀ, ਤੁਮ ਪਰ ਮਿਹਰ ਸੋ ਪਰਵਤਗਾਰ ਕੀ। ਕਹਿਣ ਲੱਗਾ, ਹੇ ਨਾਨਕ ਜੀ, ਤੁਹਾਡੇ ਦੇ ਉੱਤੇ ਉਸ ਪਰਵਤਗਾਰ ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਪਾਲਣਾ ਪੋਸ਼ਣ ਕਰਨ ਵਾਲਾ ਖੁਦਾ ਹੈ, ਉਸ ਦੀ ਬਹੁਤ ਮਿਹਰ ਹੈ। ਬੈਸ ਰਗ ਮਾਏ ਪਈ ਸੇ ਮੁਖੀ। ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਬੁੱਧੀਮਾਨ ਹੋ। ਸ਼ੇਖ ਤਵ ਗਿਰਾ ਮੁਖ ਮਾਦਰੀ ਸਬਨ ਹਿਤਕਾਰ ਕੀ। ਬੈਸ ਲਗ ਮਾਹੇ ਭਈ ਸੇਮੁਖੀ ਵਿਸ਼ੇਖ ਤਵ। ਤੁਹਾਡੀ ਬੁੱਧੀ ਬਹੁਤ ਉਜਲ ਹੈ, ਬਹੁਤ ਵੱਡੀ ਹੈ ਛੋਟੀ ਉਮਰ ਦੇ ਵਿੱਚ। ਗਿਰਾ ਮੁਖ ਮਾਧੁਰੀ ਸਬਨ ਹਿਤਕਾਰ ਕੀ। ਔਰ ਤੁਹਾਡੇ ਮੁਖ ਦੀ ਜਿਹੜੀ ਬਾਣੀ ਹੈ, ਮੁਖ ਦੇ ਬੋਲ ਹੈ, ਉਹ ਸਾਰਿਆਂ ਵਾਸਤੇ ਹਿਤਕਾਰੀ ਹੈ, ਸਾਰਿਆਂ ਨੂੰ ਸੁਖ ਬਖਸ਼ਣ ਵਾਲੇ ਹਨ। ਸ਼ੁਭ ਹੈ ਸੁਭਾਅ ਭਰਿਓ ਭਾਉ ਸੋ ਸਬਨ ਸੰਗ। ਤੁਹਾਡਾ ਸੁਭਾਅ ਜਿਹੜਾ ਬੜਾ ਸ਼ੁਭ ਹੈ, ਬੜਾ ਚੰਗਾ ਹੈ, ਔਰ ਤੁਸੀਂ ਸਾਰਿਆਂ ਦੇ ਨਾਲ ਬੜੀ ਭਾਵਨਾ ਦੇ ਨਾਲ ਬੋਲਦੇ ਹੋ ਬਚਨ। ਬਦੈ ਕੋ ਪ੍ਰਭਾਉ ਰੀਤ ਜਸ ਸਤਾਰ ਕੀ। ਤੁਸੀਂ ਸਾਰਿਆਂ ਦੇ ਨਾਲ ਕਹਿੰਦੇ ਉਸੇ ਤਰ੍ਹਾਂ ਬਚਨ ਕਰੋ, ਚੁੱਪ ਨਾ ਕਰੋ। ਜਦੋਂ ਇਸ ਤਰ੍ਹਾਂ ਕਹਿੰਦੇ ਤੁਸੀਂ ਸਾਰਿਆਂ ਨੂੰ ਚੰਗੇ ਬਚਨ ਬੋਲੋਗੇ, ਸ਼ੁਭ ਬਚਨ ਬੋਲੋਗੇ ਆਪਣੇ ਮੁਖਾਰ ਬਿੰਦ ਤੋਂ, ਤੇ ਤੁਹਾਡਾ ਪ੍ਰਭਾਵ ਤੇਜ ਪ੍ਰਤਾਪ ਬਹੁਤ ਵਧੇਗਾ। ਔਰ ਤੁਹਾਡੀ ਜਿਹੜੀ ਜਸ ਦੀ ਜਿਹੜੀ ਰੀਤੀ ਹੈ ਉਹਦਾ ਬੜਾ ਵਿਸਥਾਰ ਹੋਵੇਗਾ। ਆਨੰਦ ਕੁਸ਼ਨ ਕੋ ਕਾਰਨ ਹੈ ਕੌਣ ਭਨੋ। ਕਹਿਣ ਲੱਗਾ ਕਿ ਸਤਿਗੁਰੂ ਨਾਨਕ ਜੀ, ਤੁਹਾਡੇ ਚੁੱਪ ਹੋਣ ਦਾ ਕਾਰਨ ਕੀ ਹੈ? ਤੁਸੀਂ ਚੁੱਪ ਕਿਉਂ ਹੋ? ਆਪਣੇ ਮੁਖਾਰਬਿੰਦ ਤੋਂ ਕਾਰਨ ਦੱਸੋ। ਦੇਖੋ, ਤੁਹਾਡੀ ਆ ਹਾਲਤ ਦੇਖ ਕੇ, ਤੁਹਾਨੂੰ ਇਸ ਤਰੀਕੇ ਦੇਖ ਕਰਕੇ ਤੁਹਾਡੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਉਹਨਾਂ ਨੇ ਵੀ ਆਪਣੇ ਘਰ ਦੀ ਖਬਰਸਾਰ ਛੱਡ ਦਿੱਤੀ ਹੈ। ਦੋਹਰਾ ਮੜ ਕਰੀ ਨਾਨਕ ਤਵੈ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਵੀ ਚੁੱਪੀ ਧਾਰੀ। ਕੋਈ ਵੀ ਉੱਤਰ ਨਾ ਦਿੱਤਾ ਮੌਲਵੀ ਨੂੰ। ਇਹ ਜਦੋਂ ਸਾਧ ਸੰਗਤ ਮੁੱਲਾ ਮਨ ਦੇ ਵਿੱਚ ਬਹੁਤ ਨਿਮਰਤਾਵਾਨ ਹੋਇਆ, ਬੜੀ ਨਿਮਰਤਾ ਦੇ ਨਾਲ ਇਹਨੇ ਬਚਨ ਆਖੇ। ਆਏ ਕਰੇ ਨਿਰਪਾਸ ਜਿਤੇ। ਜਿੰਨੇ ਹੋਰ ਲੋਕ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਖੜੇ ਹਨ। ਤਬ ਬੈਨ ਸੁਨੈ ਮਨ
ਪਛਾਏਗੀ। ਮੁੱਲਾ ਜੀ ਕਹਿਣ ਲੱਗੇ ਇਹ ਸਾਰੇ ਤੁਹਾਡੇ ਬਚਨ ਸੁਣਨੇ ਚਾਹੁੰਦੇ ਆ, ਸਾਰਿਆਂ ਦੇ ਮਨ ਦੀ ਤਮੰਨਾ ਹੈ, ਆਨੰਦ ਤੇ ਨੇ ਬੋਲਤ ਹਉ ਬਚ। ਪਰ ਆਪ ਜੀ ਤਾਂ ਆਪਣੇ ਮੁਖਾਰਬਿੰਦ ਤੋਂ ਕੋਈ ਬਚਨ ਬੋਲਦੇ ਹੀ ਨਹੀਂ। ਹੋਵਤ ਰੰਜ ਹਿਰਦੈ ਸਭਈ। ਇਸ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਇਹ ਰੰਜ ਹੈ, ਸਾਰਿਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਰੋਸ ਹੈ। ਹੋਏ ਕਹੇ ਤੁਮ ਬੋਲੋ ਥੋਰ ਸਾ। ਕਹਿਣ ਲੱਗਾ ਕਿ ਮੇਰੇ ਕਹਿਣ ਦੇ ਉੱਤੇ ਤੁਸੀਂ ਬੋਲੋ, ਭਾਵੇਂ ਥੋੜਾ ਹੀ ਬੋਲੋ। ਮਾਨੀ ਹੈਰਾਨੀ ਸੋ ਕੈਸੇ ਕਹੀ। ਤੁਸੀਂ ਹੈਰਾਨੀ ਜੀ ਕਿਵੇਂ ਮੰਨੀ ਬੈਠੇ ਹੋ? ਕਹਿੰਦੇ ਇਹ ਗੱਲ ਕਹਿੰਦੇ ਸਾਨੂੰ ਦੱਸੋ ਵੀ ਹੈਰਾਨੀ ਜੀ, ਹੈਰਾਨਗੀ ਜੀ ਕਿਵੇਂ ਧਾਰਨ ਕੀਤੀ ਹੈ? ਈਦ ਖੁਦਾਏ ਉਠੇ ਇੱਕ ਬਾਰ। ਹਾਂ, ਖੁਦਾ ਦੇ ਹੇਤ ਕਹੀਏ ਵਾਸਤਾ ਪਾ ਕੇ ਇਹ ਕਹਿਣ ਲੱਗੇ ਤੁਹਾਨੂੰ ਖੁਦਾ ਦਾ ਵਾਸਤਾ, ਇੱਕ ਵਾਰੀ ਉੱਠ ਕੇ ਬੈਠੋ ਉਚਾਰ ਕਰੋ ਗੁਰੂ ਜੈਸੇ ਅਹੀ। ਔਰ ਤੁਹਾਡੇ ਮਨ ਵਿੱਚ ਜਿਹੜੀ ਵੀ ਗੱਲ ਹੈ ਉਹ ਉਚਾਰਨ ਕਰਕੇ ਬੋਲ ਕੇ ਦੱਸੋ। ਅੜਿਲ ਮੁੱਲਾਂ ਕੇ ਸੁਨ ਬੈਨ ਦੀਨ ਅਤ ਜੋ ਪਇਓ। ਮੁੱਲਾਂ ਦੇ ਬਚਨ ਸਤਿਗੁਰੂ ਨਾਨਕ ਦੇਵ ਜੀ ਨੇ ਸੁਣੇ, ਜਿਹੜਾ ਬੜਾ ਦੀਨ, ਬੜਾ ਨਿਮਰਤਾਵਾਨ ਹੋ ਕੇ ਬੋਲ ਰਿਹਾ ਹੈ। ਬਾਹਰੋਂ ਹੇਤ ਖੁਦਾਈ। ਦੂਜਾ ਸਤਿਗੁਰੂ ਨੇ ਵਿਚਾਰਿਆ ਕਿ ਇਹਨਾਂ ਨੇ ਖੁਦਾ ਦਾ ਵਾਸਤਾ ਮੈਨੂੰ ਦਿੱਤਾ ਹੈ। ਨਾਮ ਮੁਖ ਤੇ ਕਹਿਓ। ਹਾਂ, ਖੁਦਾ ਦਾ ਨਾਮ ਇਹਨਾਂ ਨੇ ਆਪਣੇ ਮੁਖ ਤੋਂ ਆਖਿਆ ਹੈ। ਦੋਨੋਂ ਚਸ਼ਮਾ ਪੁਸ਼ਾਦ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਦੋਵੇਂ ਨੇਤਰ ਖੋਲੇ ਇਸ ਸਦਾ ਸਾਮ ਹੋਏ। ਤੇ ਸਾਹਮਣੇ ਉੱਠ ਕੇ ਬੈਠ ਗਏ। ਉਹ ਬੋਲੇ ਰਾਗ ਤਰੰਗ ਸ਼ਬਦ ਜੋ ਦੁਖ ਦਏ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਬੋਲਿਆ ਜਿਹੜਾ ਦੁੱਖਾਂ ਨੂੰ ਦਹਿਨ ਕਰਨ ਵਾਲਾ, ਖਤਮ ਕਰਨ ਵਾਲਾ, ਜਲਾ ਦੇਣ ਵਾਲਾ, ਨਾਸ਼ ਕਰਨ ਵਾਲਾ। ਤਿਲੰਗ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ੋਭਾਇਮਾਨ ਸ਼ਬਦ ਹੈ। ਸ੍ਰੀ ਮੁਖਵਾਕ ਦੁਨੀਆ ਮੁਕਾਮੇ ਬਾਨੀ। ਸਤਿਗੁਰੂ ਜੀ ਕਹਿਣ ਲੱਗੇ ਇਹ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਇੱਥੇ ਕਵੀ ਜੀ ਨੇ ਵਰਣਨ ਕੀਤੀਆਂ, ਕਿਉਂਕਿ ਰਹਾਉ ਦੀਆਂ ਤੁਕਾਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਔਰ ਰਹਾਉ ਦੀਆਂ ਤੁਕਾਂ ਨੂੰ ਹੀ ਆਧਾਰ ਬਣਾ ਕੇ ਕੀਰਤਨ ਕੀਤਾ ਜਾਂਦਾ ਹੈ। ਜਿਹੜਾ ਤਿਲੰਗ ਰਾਗ ਦੀ ਆਰੰਭਤਾ ਦੇ ਉੱਤੇ ਸ਼ਬਦ ਸਤਿਗੁਰੂ ਸਾਹਿਬ ਜੀ ਦਾ ਆਉਂਦਾ ਹੈ, ਯਕ ਅਰਜ਼ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ। ਸੋ ਉਹ ਸ਼ਬਦ ਸਤਿਗੁਰੂ ਜੀ ਨੇ ਇੱਥੇ ਉਚਾਰਨ ਕੀਤਾ। ਦੁਨੀਆ ਮੁਕਾਮੇ ਫਾਨੀ। ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਵਿੱਚ ਜਿਹੜੀ ਮੁਕਾਮ ਕਰਨਾ ਸਥਿਤੀ ਹੈ ਦੁਨੀਆ ਦੀ, ਇਹ ਤਾਂ ਕਹਿੰਦੇ ਹਮੇਸ਼ਾ ਵਾਸਤੇ ਸਥਿਤ ਰਹਿਣ ਵਾਲੀ ਨਹੀਂ, ਇਹ ਤਾਂ ਫਾਨੀ ਹੈ, ਖਤਮ ਹੋਣ ਵਾਲੀ ਹੈ। ਹਕੀਕਤ ਦਿਲਦਾਨੀ। ਇਹ ਕਹਿੰਦੇ ਗੱਲ ਨੂੰ ਮੈਂ ਆਪਣੇ ਦਿਲ ਦੇ ਵਿੱਚ ਜਾਣ ਲਿਆ। ਮੁੱਲਾ ਜੀ ਤੁਸੀਂ ਵੀ ਇਹ ਗੱਲ ਨੂੰ ਦਿਲ ਵਿੱਚ ਜਾਣੋ। ਮਨ ਸਰ ਹੋਏ ਅਜ਼ਰਾਈਲ। ਮਮ ਮੇਰੇ ਸਰ ਸਿਰ ਦੇ ਮੂਏ ਕੇਸ ਜਿਹੜੇ ਹਨ ਅਜ਼ਰਾਈਲ ਗਿਰਫਤ ਹੈ। ਕਹਿੰਦੇ ਉਹਨਾਂ ਨੂੰ, ਸਾਡੇ ਸਿਰ ਦੇ ਕੇਸਾਂ ਨੂੰ ਅਜ਼ਰਾਈਲ ਨੇ ਆਪਣੀ ਗਿਰਫਤ ਵਿੱਚ ਕੀਤਾ ਹੋਇਆ ਹੈ, ਭਾਵ ਯਮ ਦੇ ਦੂਤਾਂ ਨੇ ਇਹਨਾਂ ਨੂੰ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਦਿਲ ਹੇਤ ਨਾ ਦਾਨੀ। ਤੇ ਦਿਲ ਦੇ ਵਿੱਚ ਕਹਿੰਦੇ ਇਸ ਗੱਲ ਨੂੰ ਤੁਸੀਂ ਸੋਚੋ, ਆਪਾਂ ਇਸ ਗੱਲ ਤੋਂ ਅਣਜਾਣ ਨਾ ਬਣੀਏ। ਚਾਹੋ ਭਾਈ ਜੇ ਮੁਹੰਮਦ ਸਾ ਚਾਹੋ ਤੁਮ ਜਾਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਹ ਸਾਰਾ ਸ਼ਬਦ ਉਚਾਰਨ ਕੀਤਾ, ਉਹਦੇ ਅਰਥ ਅੱਗੇ ਕਵੀ ਜੀ ਦੱਸ ਰਹੇ ਹਨ ਕਿ ਸਤਿਗੁਰੂ ਜੀ ਕਹਿਣ ਲੱਗੇ ਜੇ ਮਮ ਦਸ਼ਾ ਚਾਹੋ ਤੁਮ ਜਾਨਾ, ਜੇ ਮੇਰੀ ਹਾਲ ਤੁਸੀਂ ਜਾਣਨਾ ਚਾਹੁੰਦੇ ਹੋ ਸੁਰਤ ਦੇ ਕਰ ਸੁਨ ਮੁਲਾ ਮੌਲਾਨਾ। ਤਾਂ ਕੰਨ ਦੇ ਕੇ ਧਿਆਨ ਦੇ ਨਾਲ ਮੌਲਾਨਾ ਜੀ ਮੇਰੀ ਗੱਲ ਸੁਣੋ, ਬਚਨ ਸੁਣੋ। ਸ੍ਰੀ ਪਰਮੇਸ਼ਵਰ ਨਾਮ ਜੁੜੀਨਾ। ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਲੈਣਾ ਹੈ, ਜਾਂਦੇ ਤੁਮ ਸੋ ਉੱਤਰ ਦੀਨਾ। ਇਸ ਕਰਕੇ ਅਸੀਂ ਤੁਹਾਨੂੰ ਉੱਤਰ ਦਿੰਦੇ ਹਾਂ। ਜੋ ਮਨ ਸਮਝਿਓ ਦੁਨੀ ਮੁਕਾਮੋ। ਜਿਹੜਾ ਮਨ ਦੇ ਵਿੱਚ ਅਸੀਂ ਸਮਝਿਆ ਹੈ ਕਿ ਦੁਨੀਆ ਇੱਕ ਮੁਕਾਮ ਹੈ, ਠਹਿਰਨ ਵਾਲੀ ਜਗ੍ਹਾ ਹੈ। ਨਾਨੋ ਝੂਠੋ ਬਿਨ ਨਾਮੋ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤਾਂ ਕਹਿੰਦੇ ਜਾਣ ਲਓ ਵੀ ਇਹ ਝੂਠੀ ਗੱਲ ਹੈ। ਹਰ ਚਲੌਰੀ ਪੁਨ ਕਰ ਛਾਇਆ। ਜਿਵੇਂ ਹਰ ਚੰਦੌਰੀ ਅਤੇ ਬੱਦਲਾਂ ਦੀ ਛਾਇਆ। ਸੁਪਨਾ ਜਿਉ ਬਾਜੀ ਗਰਮਾਇਆ। ਜਿਵੇਂ ਸੁਪਨਾ ਉਹ ਵੀ ਝੂਠਾ ਹੁੰਦਾ, ਹਰ ਚੰਦੌਰੀ ਵੀ ਝੂਠੀ ਹੈ, ਬੱਦਲਾਂ ਦੀ ਛਾਇਆ ਵੀ ਝੂਠੀ ਹੈ। ਹਰ ਚੰਦੌਰੀ ਜਿਹੜੀ ਬਣਦੀ ਹੈ ਬੱਦਲਾਂ ਦੀ ਛਾਇਆ ਨਾਲ, ਤੇ ਇਸੇ ਤਰ੍ਹਾਂ ਬਾਜੀਗਰ ਮਾਇਆ, ਬਾਜੀਗਰ ਨੇ ਜਿਹੜੀ ਮਾਇਆ ਕੋਈ ਤਮਾਸ਼ਾ ਦਿਖਾਇਆ, ਜਾਦੂ ਦਿਖਾਇਆ, ਉਹ ਝੂਠਾ ਹੁੰਦਾ ਹੈ। ਲਾਗੇ ਨਸਾਰ ਕਰੇ ਸੋ ਕਹਾਵਾ। ਜਿਹੜਾ ਕਹਿੰਦੇ ਇਹਨਾਂ ਨੂੰ ਸੱਚ ਜਾਣ ਲਵੇ ਤੇ ਇਹਨਾਂ ਦੇ ਉੱਤੇ ਪਕੜ ਕਰ ਲਏ, ਅੰਤ ਕਾਲ ਤੇ ਹੋਏ ਪਛਤਾਵਾ। ਅੰਤ ਸਮੇਂ ਉਹਨੂੰ ਪਛਤਾਵਾ ਹੀ ਹੁੰਦਾ ਜੋ ਹੈ। ਜਾਣੈ ਇਹ ਮਿਥਿਆ ਭਾਸੀ। ਤੇ ਜਿਹੜਾ ਕਹਿੰਦੇ ਜਾਣ ਲੈਂਦਾ ਹੈ ਵੀ ਇਹ ਤੇ ਮਿਥਿਆ ਭਾਸੀ, ਐਵੇਂ ਆਭਾਸ ਮਾਤਰ ਹੀ ਹੈ, ਮਿਥਿਆ, ਕੂੜੇ ਆ, ਨਾਸ਼ਵੰਤ ਹਨ। ਸੋ ਦਿਨ ਕੇ ਨੈ ਹੋਏ ਵਿਸ਼ਵਾਸੀ। ਕਹਿੰਦੇ ਸੋ ਕਹਿੰਦੇ ਉਹ ਲੋਕ ਜਿਹੜੇ ਆ ਉਹ ਨਹੀਂ ਕਹਿੰਦੇ ਇਸ ਵਿਸ਼ਵਾਸ ਸਹਿਤ ਹੁੰਦੇ ਵੀ ਦੁਨੀਆ ਸਦਾ ਰਹਿਣ ਵਾਲੀ ਹੈ। ਜਗਤ ਪਦਾਰਥ ਪ੍ਰੀਤ
ਪ੍ਰੀਤਾ ਇਸ ਕਰਕੇ ਜਗਤ ਦੇ ਪਦਾਰਥਾਂ ਦੀ ਜਿਹੜੀ ਪ੍ਰੀਤੀ ਪ੍ਰੇਮ ਹੈ, ਆਉਣਾ ਕਰਾਉਂਦੇ ਹੋਏ ਬੇਪ੍ਰੀਤਾ ਕਹਿੰਦੇ ਮੈਂ ਨਹੀਂ ਕਰਦਾ, ਜਿਸ ਕਰਕੇ ਕਹਿੰਦੇ ਵਿਪਰੀਤ ਹੋਵੇ, ਕੋਈ ਉਲਟੀ ਗੱਲ ਹੋਵੇ। ਪਰ ਗੱਲ ਨਿਤ ਜਰਾਈਲਾ ਹਾਂ, ਨਿਤ ਜਮਾਂ ਦਾ ਸਿਰ ਦੇ ਉੱਤੇ ਕਹਿੰਦੇ ਸਾਰਿਆਂ ਦੇ ਡਰ ਹੈ। ਕਹਦੇ ਜਾਵੇਂ ਜੋਗਨ ਢੀਲਾ ਜਿਹੜੇ ਮੌਤ ਦੇ ਫਰਿਸ਼ਤੇ ਬਿਨਾਂ ਢਿੱਲ ਤੋਂ ਬਿਨਾਂ ਦੇਰੀ ਤੋਂ ਫੜ ਕੇ ਲੈ ਜਾਂਦੇ ਹਨ। ਤਰ ਕਰੋ ਗੁਰਮਾਹੀ ਐਸਾ ਜਿਹੜਾ ਡਰ ਧਾਰਨ ਕਰਕੇ ਮੈਂ ਹਿਰਦੇ ਵਿੱਚ, ਭਾਵ ਵਿਵਹਾਰ ਹੈ ਹੋਤ ਹਿਤ ਨਾਹੀ ਕਹਿੰਦੇ ਇਸ ਕਰਕੇ ਮੇਰਾ ਸੰਸਾਰ ਦੇ ਕਾਰ ਵਿਹਾਰ ਦੇ ਵਿੱਚ ਹਿਤ ਨਹੀਂ ਲੱਗਦਾ, ਪ੍ਰੇਮ ਨਹੀਂ ਲੱਗਦਾ। ਮਨ ਜਿਨਾ ਸੁਨਤ ਮਲਾਨਾ ਜਦੋਂ ਮੌਲਾਨਾ ਨੇ ਇਹ ਬਚਨ ਸੁਣੇ ਮਨ ਵਿੱਚ ਬੜਾ ਹੈਰਾਨ ਹੋਇਆ। ਸ੍ਰੀ ਗੁਰੂ ਸੋ ਗੁਣ ਬਚਨ ਬਖਾਨਾ ਸਤਿਗੁਰੂ ਸਾਹਿਬ ਜੀ ਤੋਂ ਫਿਰ ਸਾਧ ਸੰਗਤ ਇਹ ਸਵਾਲ ਪੁੱਛਿਆ, ਬਚਨ ਕੀਤਾ। ਤੁਮਰੀ ਬਾਲਕ ਵੈਸਾ ਕਹਿਣ ਲੱਗਾ ਕਿ ਤੁਹਾਡੀ ਉਮਰ ਹਲੇ ਬਾਲਕਾਂ ਵਾਲੀ ਹੈ, ਬਚਨ ਉਚਾਰ ਤਹਾਂ ਮੁਖ ਕੈਸਾ ਤੁਸੀਂ ਮੁਖ ਤੋਂ ਕਿਹੋ ਜਿਹੇ ਬਚਨ ਉਚਾਰ ਰਹੇ ਹੋ। ਹਾਸੇ ਬਿਰਦਿਆਰ ਬਰ ਬੀਤੀ ਕਹਿੰਦੇ ਸਾਡੇ ਵਰਗੇ ਜਿਨ੍ਹਾਂ ਦੀ ਕਹਿੰਦੇ ਆਰਬਲਾ ਬੀਤ ਚੁੱਕੀ ਹੈ, ਬਿਰਧ ਹੋ ਚੁੱਕੇ ਹੈ, ਤੇ ਜਦੋਂ ਤੂੰ ਸਾਡੀ ਉਮਰ ਦਾ ਹੋਵੇਂਗਾ। ਜਿਹੜੇ ਵੱਡੀ ਉਮਰ ਵਾਲੇ ਆ ਉਹਨਾਂ ਨੂੰ ਤਾਂ ਇਹੋ ਜੀ ਰੀਤੀ ਚਾਹੀਦੀ ਆ, ਉਹ ਤਾਂ ਇਹੋ ਜਿਹੀਆਂ ਗੱਲਾਂ ਕਰਨ, ਪਰ ਤੁਸੀਂ ਨਾ ਇਹ ਗੱਲ ਕਰੋ। ਤੁਸੀਂ ਬਾਲਕ ਹੋ ਤੇ ਬਾਲਕਾਂ ਵਾਲੀ ਲੀਲਾ, ਬਾਲਕਾਂ ਵਾਲੀਆਂ ਖੇਡਾਂ ਆਪਣੇ ਹਿਰਦੇ ਵਿੱਚ ਧਾਰਨ ਕਰੋ। ਜਿਹੜਾ ਇਹ ਤੁਸੀਂ ਫਿਕਰ ਲਾਇਆ, ਮਨ ਵਿੱਚ ਚਿੰਤਾ ਰੱਖੀ ਹੈ, ਇਹਦਾ ਜ਼ਿਕਰ ਵੀ ਨਾ ਕਰੋ। ਇਹਦਾ ਕਿਸੇ ਵੀ ਜਗ੍ਹਾ ਦੇ ਉੱਤੇ ਏਕ ਫਿਕਰ ਕੋ ਜ਼ਿਕਰ ਨਾ ਕਰੀਏ, ਇਸ ਫਿਕਰ ਦਾ ਕਹਿੰਦੇ ਕਿਤੇ ਜ਼ਿਕਰ ਨਾ ਕਰੋ। ਔਰ ਜਦੋਂ ਤੁਸੀਂ ਜਵਾਨ ਹੋਵੋਗੇ, ਤੁਹਾਡੇ ਕੋਲ ਧਨ ਹੋਵੇਗਾ, ਇਸਤਰੀ ਹੋਵੇਗੀ, ਉਹਨਾਂ ਦੇ ਸੰਗ ਸੁਖ ਭੋਗੋ ਤੁਸੀਂ। ਤੇ ਇਸ ਪ੍ਰਕਾਰ ਹਿਰਦੇ ਦੇ ਵਿੱਚ ਉਮੰਗ ਰੱਖ ਕੇ, ਇੱਛਾ ਧਾਰ ਕੇ, ਆ ਜਿਹੜਾ ਤੁਸੀਂ ਕਹਿ ਕਹਾ ਰਹੇ ਹੋ ਨਾ ਵੀ ਪ੍ਰਮਾਤਮਾ ਤੋਂ, ਮੌਤ ਤੋਂ ਡਰ ਲੱਗਦਾ, ਪ੍ਰਮਾਤਮਾ ਦਾ ਭਜਨ ਕਰਨਾ ਹੈ, ਕਹਿੰਦੇ ਜਦੋਂ ਤੁਹਾਡੀ ਬਿਰਧ ਅਵਸਥਾ ਹੋ ਜਾਏਗੀ, ਬਜ਼ੁਰਗ ਹੋ ਜਾਓਗੇ, ਉਸ ਵੇਲੇ ਕਹਿੰਦੇ ਸਭ ਕੁਝ ਕਰ ਕਰਾ ਲਿਓ। ਹੁਣ ਕਹਿੰਦੇ ਤੁਸੀਂ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਕੇ ਸਨੇਹੀਆਂ ਨੂੰ ਕਹਿੰਦੇ ਸੁਖ ਪ੍ਰਦਾਨ ਕਰੋ। ਸਤਿਗੁਰੂ ਨਾਨਕ ਦੇਵ ਜੀ ਉਸ ਦੇ ਬਚਨ ਸੁਣ ਕੇ ਮੌਲਵੀ ਦੇ, ਜਿਹੜੇ ਬਚਨ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖਤਾ ਦੇ ਨਾਲ ਮਿਲੇ ਹੋਏ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਹੀ ਮਨ ਨੂੰ ਹਰਨ ਵਾਲੇ, ਮਨ ਨੂੰ ਮੋਹਿਤ ਕਰਨ ਵਾਲੇ ਸੁੰਦਰ ਬਚਨ ਬੋਲੇ, ਜਿਸ ਬਚਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦੀ ਮਾਨੋ ਰਚਨਾ ਰਚੀ ਹੋਈ ਹੈ, ਸੁੰਦਰ ਉਪਦੇਸ਼ ਕੀਤਾ ਹੋਇਆ ਹੈ। ਕਹਿਣ ਲੱਗੇ ਮੌਲਵੀ ਜੀ, ਜਿਹੜਾ ਤੁਸੀਂ ਜਾਣਦੇ ਹੋ ਕਿ ਸਾਰੀ ਉਮਰ ਹੈ, ਕਹਿੰਦੇ ਬਿਨਾਂ ਭਜਨ ਤੋਂ ਇਹ ਸਾਰੀ ਉਮਰ ਕਹਿੰਦੇ ਐਵੇਂ ਬੇਕਾਰ ਹੀ ਚਲੀ ਜਾਂਦੀ ਹੈ। ਜਿਹੜੀ ਤੁਸੀਂ ਮੰਨਦੇ ਹੋ ਵੀ 100 ਸਾਲ ਦੀ ਆਰਬਲਾ ਉਮਰ ਇੱਕ ਮਨੁੱਖ ਦੀ ਹੁੰਦੀ ਹੈ, ਜੇ ਕਹਿੰਦੇ ਕੋਈ 100 ਸਾਲ ਦੀ ਉਮਰ ਦੇ ਵਿੱਚ ਜੀ ਵੀ ਲਵੇ, ਉਮਰ ਭੋਗ ਲਏ, ਪਰ ਉਹਨਾਂ ਦੀ ਕਹਾਣੀ ਮੈਂ ਕਹਿੰਦਾ ਹਾਂ, ਅੱਧੀ ਕੁ ਉਮਰ ਹੈ ਜਿਹੜੀ ਕਹਿੰਦੇ ਉਹ ਤਾਂ ਨੀਂਦ ਦੇ ਵਸ ਹੋ ਕੇ ਸੌਣ ਦੇ ਵਿੱਚ ਹੀ ਬਤੀਤ ਹੋ ਜਾਂਦੀ ਹੈ। ਤੇ ਦੇਖੋ ਕਹਿੰਦੇ ਕਿੰਨੀ ਇਹ ਗੁਜ਼ਰ ਗਈ ਆ, ਆਪਣੇ ਨੇਤਰਾਂ ਦੇ ਨਾਲ ਦੇਖੋ। 15 ਸਾਲਾਂ ਤੱਕ ਜਿਹੜਾ ਬਾਲਕ ਉਹ ਅਣਜਾਣ ਰਹਿੰਦਾ ਹੈ। ਸੋ ਇਹ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਉਮਰ ਦੀ ਵੰਡ ਅੱਗੇ ਕਰਨਗੇ ਵੀ ਕਿੰਨੇ ਸਾਲਾਂ ਦੀ ਉਮਰ ਤੱਕ ਕਿਵੇਂ ਜਿਹੜੀ ਉਮਰ ਐਵੇਂ ਵਿਅਰਥ ਚਲੀ ਜਾਂਦੀ ਹੈ, ਕਿਉਂਕਿ ਸਮਾਂ ਹੋ ਚੁੱਕਿਆ। ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਸਾਰਾ ਪ੍ਰਸੰਗ ਜਿਹੜਾ ਰਹਿੰਦਾ ਵਿਚਾਰ ਲਵਾਂਗੇ। ਸਤਿਗੁਰੂ ਜੀ ਦੇ ਜੀਵਨ ਦੀ ਕਥਾ ਨੂੰ ਰਲ ਮਿਲ ਕੇ ਸਾਂਝੀ ਕਰ ਲਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਦੇ ਜਾਚਕ ਹੁੰਦੇ। ਆਓ ਸਮਾਪਤੀ ਵਿੱਚ ਸ਼ਾਮਲ ਹੋਈਏ। ਗੁਦਰ ਗਏ ਲਗੀਏ ਨਿਜ ਨੈਨਾ, 15 ਪਰਵਤੀਕ ਅਨਜਾਨਾ। ਬਾਲਪਨੇ ਮੈਂ ਕਰੀ ਬਿਹਾਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।